ਵਾਹਿਗੁਰੂ 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 गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच गुरु साहिबानां ने, भगतां ने, संतां ने, साधुआं ने, गुरसिखां ने, सतगुरु गुरु नानक पातशाह ने उपदेश बख्शिश किया, सानू समझाउंदे बई असी बेनती करनी अकाल पुरख नूं, वाहिगुरू नूं, बई साडे ते किरपा करो, सानू ऐसी मत, सानू ऐसी बुद्ध देवो भी जो असी हर समय तेरी आराधना करते रहिए, तेनू सिमरते रहिए, तेरी भगती करते रहिए। ते सानू दान ये दवो बई सानू साधु जनां दी चरनां दी धूड़ मिल जे। महाराज फरमाउंदे ने, सा मत देहो दयाल प्रभ, जित तुम्हें अराधा, नानक मंगे दान प्रभ, रेन पग साधा। बई दान साधुआं दी रेण, साधुआं दी धूड़ी। हुण साधुआं दी धूड़ी एक तां हुंदे उन्हां दे बचन, बई सानू साध संगत मिल जे, सानू साधु जनां दे बचन, वो बचनां दी धूड़ी साडे हिरदे उत्ते पवे, साडे मन दे उत्ते पवे, जिहदे नाल साडा मन धोता जांदा। फिर महाराज कहते भी जेड़े साधु जन, संत जन, जेड़े मालक नूं आराधदे, जिन्हां दा मिलाप हो गया, उन्हां दा मन तां प्रवान हुंदा ही, उन्हां दा तन भी प्रवान हो जांदा। सतगुरु इसलिए फरमाउंदे, कहे नानक इहो शरीर प्रवान होआ, जिन सतगुर स्यों चित लाया। जिन्हां ने चित सतगुर नाल जोड़िया, उन्हां दा मन भी ते उन्हां दा तन भी प्रवान हो गया। हुण आपां नूं कहिंदे भी जो भी सानू गुरमुख मिले, गुरसिख मिले, उन्हां दे असीं निभ के चरनां नाल लगना।
ਕਿਉਂਕਿ ਉਹਨਾਂ ਦਾ ਤਨ ਵੀ ਪ੍ਰਵਾਨ ਹੈ, ਉਹਨਾਂ ਦਾ ਮਨ ਵੀ ਪ੍ਰਵਾਨ ਹੈ। ਮਹਾਰਾਜ ਇਸ ਲਈ ਫਰਮਾਉਂਦੇ, ਜੋ ਦੀਸੇ ਗੁਰ ਸਿਖੜਾ ਤਿਸ ਨਿਵ ਨਿਵ ਲਾਗੇ ਪਾਏ ਜੀਓ। ਬਈ ਜਿਨ੍ਹਾਂ ਨੇ ਸੱਚ ਤੇ ਨਾਮ ਦੀ ਪਹਿਚਾਣ ਕਰ ਲਈ, ਜਿਹੜੇ ਆਪਣੇ ਘਰ ਚਲੇ ਗਏ ਮਾਲਕ ਦਾ ਰੂਪ ਹੋ ਗਏ, ਮਹਾਰਾਜ ਕਹਿੰਦੇ ਵੀ ਉਹਨਾਂ ਦੀ ਵਡਿਆਈ ਹੈ, ਉਹਨਾਂ ਦੀ ਮਹਿਮਾ ਕਰਤੀ। ਬਈ ਜਿਨ੍ਹਾਂ ਨੇ ਸੱਚ ਨੂੰ ਪਹਿਚਾਣ ਲਿਆ, ਜੇ ਉਹ ਮੈਨੂੰ ਮਿਲਣ, ਮੈਂ ਉਹਨਾਂ ਦੇ ਚਰਨ ਜਿਹੜੇ ਵੀ ਉਹਨਾਂ ਚਰਨਾਂ ਨੂੰ ਚੁੰਮ ਲਾਂ ਮੈਂ, ਕਿਉਂਕਿ ਉਹ ਪ੍ਰਵਾਨ ਹੋ ਚੁੱਕੇ ਨੇ। ਮਹਾਰਾਜ ਕਹਿੰਦੇ, ਜਿੰਨੀ ਪਸਾਤਾ ਸੱਚ ਚੁੰਮਾ ਪੈਰ ਮੂੰਹ, ਵੀ ਉਹਨਾਂ ਦੇ ਮੈਂ ਚੁੰਮਾ, ਕਿਉਂ? ਕਿਉਂਕਿ ਉਹ ਪ੍ਰਵਾਨ ਹੋ ਚੁੱਕੇ ਨੇ। ਪਰ ਆਪਾਂ ਨੂੰ ਫਿਰ ਸਮਝਾਉਂਦੇ ਵੀ ਆਪਾਂ ਤੁਹਾਨੂੰ ਇੰਨੀ ਤਰਜੀਹ ਕਿਉਂ ਨਹੀਂ ਦਿੰਦੇ, ਕਿਉਂ ਨਹੀਂ ਗੁਰਮੁਖ ਇਹ ਚੀਜ਼ ਨੂੰ ਅਹਿਮੀਅਤ ਦਿੰਦੇ? ਕਿਉਂਕਿ ਇਸ ਸੰਸਾਰ ਦੇ ਵਿੱਚ ਜਿਹੜੇ ਬਹੁਤ ਸਾਰੇ ਜੀਵ ਅਗਿਆਨੀ ਨੇ, ਵੀ ਜੋ ਸਾਡੇ ਅੰਦਰ ਕੱਟੜਤਾ ਆ ਗਈ। ਜਿਵੇਂ ਆਮ ਜੀਵ ਕਹਿ ਦਿੰਦਾ, ਅਸੀਂ ਦੇਹਧਾਰੀ ਨੂੰ ਨਹੀਂ ਮੰਨਦੇ ਜੀ, ਦੇਹਧਾਰੀ ਗੁਰੂ ਨਹੀਂ ਹੋ ਸਕਦਾ, ਦੇਹਧਾਰੀ ਕੋਈ ਸੰਤ ਨਹੀਂ ਹੋ ਸਕਦਾ, ਸਾਧੂ ਨਹੀਂ ਹੋ ਸਕਦਾ। ਔਰ ਇਹ ਸਾਰੇ ਸੰਤ ਸਾਧੂ ਗੁਰਸਿੱਖ ਇਹ ਸਾਰੇ ਦੇਹ 'ਚ ਹੀ ਤਾਂ ਹੁੰਦੇ ਨੇ। ਹੁਣ ਦੇਹ ਤੋਂ ਬਿਨਾਂ ਤਾਂ ਸਾਨੂੰ ਕੋਈ ਉਪਦੇਸ਼ ਦੇ ਹੀ ਨਹੀਂ ਸਕਦਾ, ਸਾਨੂੰ ਕੋਈ ਸਮਝਾ ਹੀ ਨਹੀਂ ਸਕਦਾ। ਹੁਣ ਮਾਲਕ ਪਰਮੇਸ਼ਰ ਨੇ ਜਦੋਂ ਆਪਦਾ ਸੰਦੇਸ਼ਾ ਦੇਣਾ ਹੁੰਦਾ, ਸਾਨੂੰ ਸਮਝਾਉਣਾ ਹੁੰਦਾ, ਉਹ ਫਿਰ ਆਪਦਾ ਸੰਦੇਸ਼ਾ ਦੇਣ ਵਾਸਤੇ ਗੁਰਮੁਖਾਂ ਨੂੰ ਹੀ ਤਾਂ ਭੇਜਦੇ ਸੰਸਾਰ ਦੇ ਵਿੱਚ। ਜਿਵੇਂ ਭਗਤ ਜਨ ਆਏ, ਉਹ ਵੀ ਸਾਰੇ ਦੇਹ ਦੇ ਵਿੱਚ ਆਏ। ਗੁਰੂ ਸਾਹਿਬ ਆਏ, ਉਹ ਵੀ ਦੇਹ ਦੇ ਵਿੱਚ ਹੀ ਆਏ, ਆਕਾਰ ਦੇ ਵਿੱਚ ਹੀ ਆਏ, ਸਾਨੂੰ ਸਮਝਾਉਣ ਵਾਸਤੇ। ਸੰਤ ਸਾਧੂ ਗੁਰਸਿੱਖ ਸਾਰੇ ਦੇਹ ਦੇ ਵਿੱਚ ਹੀ ਤਾਂ ਹੁੰਦੇ ਨੇ। ਹੁਣ ਦੇਹ ਤੋਂ ਬਿਨਾਂ ਤਾਂ ਸਾਨੂੰ ਕੋਈ ਉਪਦੇਸ਼ ਦੇ ਹੀ ਨਹੀਂ ਸਕਦਾ, ਸਾਨੂੰ ਕੋਈ ਸਮਝਾ ਹੀ ਨਹੀਂ ਸਕਦਾ। ਹੁਣ ਆਪਾਂ ਦੇਖੀਏ ਵੀ ਜਦ ਤੱਕ ਆਪਾਂ ਨੂੰ ਸਤ ਸੰਗਤ ਨਹੀਂ ਸੀ ਮਿਲੀ, ਆਪਾਂ ਗੁਰਬਾਣੀ ਤਾਂ ਪਹਿਲਾਂ ਵੀ ਪੜ੍ਹਦੇ ਹੀ ਸੀ, ਪਰ ਪੜ੍ਹਦੇ ਵੀ ਆਪਾਂ ਨੂੰ ਕਿਹੜਾ ਸਮਝ ਲੱਗਦੀ ਸੀ ਵੀ ਸਾਨੂੰ ਕੀ ਕਹਿੰਦੇ ਨੇ। ਉਹਦਾ ਆਪਾਂ ਨੂੰ ਸੰਗ ਹੋਇਆ ਗੁਰਮੁਖਾਂ ਦਾ, ਸਾਧੂ ਜਨਾਂ ਦਾ, ਅਤੇ ਫਿਰ ਉਹਨਾਂ ਨੇ ਸਮਝਾਇਆ ਅਤੇ ਫਿਰ ਆਪਾਂ ਨੂੰ ਸਮਝ ਲੱਗਣ ਲੱਗੀ। ਨਹੀਂ ਤਾਂ ਆਪਾਂ ਨੂੰ ਕਿੱਥੋਂ ਸਮਝ ਆਉਂਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਦੇਹ ਤੋਂ ਬਿਨਾਂ ਸਾਨੂੰ ਸਮਝ ਨਹੀਂ ਲੱਗ ਸਕਦੀ। ਹੁਣ ਆਪਾਂ ਦੇਖੋ, ਗੁਰਬਾਣੀ ਗੁਰੂ ਨੂੰ ਸਤਿਗੁਰੂ ਮੰਨਦੇ ਆ, ਗੁਰੂ ਮੰਨਦੇ ਆ, ਅਤੇ ਇਹਨਾਂ ਨੂੰ ਵੀ ਆਪਾਂ ਦੇਹ ਹੀ ਮੰਨਦੇ ਹਾਂ ਅਤੇ ਰੋਜ਼ ਹੀ ਪੜ੍ਹਦੇ ਹਾਂ, ਪ੍ਰਗਟ ਗੁਰਾਂ ਕੀ ਦੇਹ। ਹੁਣ ਇਹ ਵੀ ਦੇਹ ਦੇ ਵਿੱਚ ਨੇ। ਪੰਜ ਪਿਆਰੇ, ਉਹਨਾਂ ਨੂੰ ਆਪਾਂ ਗੁਰੂ ਰੂਪ, ਆਪਾਂ ਕਹਿੰਦੇ ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ। ਹੁਣ ਜਦੋਂ ਉਹਨਾਂ ਦੀ ਸ਼ਰਨ 'ਚ ਜਾਂਦੇ, ਉਹ ਵੀ ਤਾਂ ਦੇਹ 'ਚ ਹੀ ਹੁੰਦੇ, ਆਕਾਰ ਦੇ ਵਿੱਚ ਹੀ ਨੇ। ਜਾਣੀ ਦੀ ਦੇਹ ਤੋਂ ਬਿਨਾਂ ਸਾਨੂੰ ਕੋਈ ਸਮਝਾ ਨਹੀਂ ਸਕਦਾ। ਹੁਣ ਜਿਹੜੇ ਜੀਵ ਕਹਿੰਦੇ ਵੀ ਅਸੀਂ ਦੇਹਧਾਰੀ ਨੂੰ ਤਾਂ ਮੰਨਦੇ ਨਹੀਂ ਜੀ, ਹੁਣ ਦੇਹ ਤੋਂ ਬਿਨਾਂ ਸਾਨੂੰ ਕਿਵੇਂ ਸਮਝ ਲੱਗੀ? ਸਾਨੂੰ ਕੌਣ ਸਮਝਾਵੇ? ਜੇ ਅਸੀਂ ਆਖੀਏ ਵੀ ਅਸੀਂ ਗੁਰਬਾਣੀ ਗੁਰੂ ਨੂੰ ਸਮਝ ਲਾਂਗੇ, ਤੇ ਮਹਾਰਾਜ ਕਹਿੰਦੇ ਗੁਰਬਾਣੀ ਤਾਂ ਗੁਰਮੁਖ ਸਮਝ ਸਕਦਾ, ਆਮ ਜੀਵ ਹੈ ਜਿਹੜਾ ਉਹਨੂੰ ਤਾਂ ਸਮਝ ਹੀ ਨਹੀਂ ਲੱਗਦੀ, ਕਿਉਂਕਿ ਸਾਡਾ ਮਨ ਸੁੱਤਾ ਹੋਇਆ ਮਾਇਆ ਦੇ ਵਿੱਚ। ਹੁਣ ਇਹਨੂੰ ਵਿਚਾਰੇਗਾ ਕੌਣ? ਮਹਾਰਾਜ ਕਹਿੰਦੇ ਬਾਣੀ ਵਿਰਲੋ ਵਿਚਾਰਸੀ, ਦੇਖੋ ਗੁਰਮੁਖ ਹੋਈ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਈ। ਵੀ ਗੁਰਬਾਣੀ ਨੂੰ ਗੁਰਮੁਖ ਹੀ ਵਿਚਾਰ ਸਕਦਾ। ਹੁਣ ਗੁਰਮੁਖ ਕਦੋਂ ਬਣਦਾ? ਕੌਣ ਗੁਰਮੁਖ? ਗੁਰਮੁਖ ਉਹ ਹੈ ਜਿਹੜਾ ਪ੍ਰਵਾਨ ਹੋ ਚੁੱਕਿਆ, ਜਿਹਦੇ ਮੁਖ ਰਾਹੀਂ ਮਾਲਕ ਖੁਦ ਬੋਲਦਾ। ਗੁਰਮੁਖ ਉਹ ਹੈ ਜਿਹਦਾ ਮਨ ਘਰ ਚਲਾ ਗਿਆ। ਜਦੋਂ ਮਨ ਘਰ ਚਲਾ ਜਾਂਦਾ, ਸਹਿਜ ਘਰ ਦੇ ਵਿੱਚ ਬੈਠ ਜਾਂਦਾ ਹੈ, ਫਿਰ ਆਪਣੇ ਮੁਖ ਦਾ, ਆਪਣੀ ਰਸਨਾ ਦਾ ਮਾਲਕ ਆਪ ਇਸਤੇਮਾਲ ਕਰਤ। ਫਿਰ ਆਪਣੇ ਇਹਨਾਂ ਨੇਤਰਾਂ ਦਾ ਉਹ ਖੁਦ ਇਸਤੇਮਾਲ ਕਰਤ।
ਆਈਓ ਸਾਨੂੰ ਮਹਾਰਾਜ ਸਮਝਾਉਂਦੇ, ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਸਤਿਗੁਰ ਦਾ ਖਿਤਾਬ ਹੈ ਤੇ ਉਹਨਾਂ ਨੂੰ ਗੁਰਮੁਖ ਵੀ ਆਖੀ। ਔਰ ਉਹ ਆਪ ਨੂੰ ਕਹਿੰਦੇ ਵੀ ਅਸੀਂ ਆਪਦੇ ਕੋਲੋਂ ਕੁਝ ਨਹੀਂ ਕਹਿੰਦੇ, ਜੋ ਮਾਲਕ ਦਾ ਹੁਕਮ ਹੁੰਦਾ ਉਹੀਓ ਸਾਨੂੰ ਸੁਣਾਉਂਦੇ। ਰਮਾਉਂਦੇ ਨੇ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇਲਾ ਲੋ। ਹੁਣ ਜੋ ਮਾਲਕ ਨੇ ਸਾਨੂੰ ਸਮਝਾਉਣਾ ਹੁੰਦਾ, ਜੋ ਸਾਨੂੰ ਉਪਦੇਸ਼ ਦੇਣਾ ਹੁੰਦਾ, ਉਹ ਗੁਰਮੁਖਾਂ ਦੇ ਮੁਖ ਰਾਹੀਂ ਦਿੰਦੇ। ਆਈਓ ਉਹਨਾਂ ਨੂੰ ਗੁਰਮੁਖ ਕਹਿੰਦੇ। ਹੁਣ ਮਹਾਰਾਜ ਕਹਿੰਦੇ ਵੀ ਬਾਣੀ ਗੁਰਮੁਖ ਹੀ ਵਿਚਾਰ ਸਕਦਾ। ਕਿਉਂ? ਕਿਉਂਕਿ ਗੁਰਮੁਖ ਦੇ ਮੁਖ ਰਾਹੀਂ ਮਾਲਕ ਨੇ ਬੋਲਣਾ। ਹੁਣ ਬੋਲਦੇ ਕਦੋਂ? ਜਦੋਂ ਫਿਰ ਅਸੀਂ ਘਰ ਬੈਠ ਜਾਂਦੇ ਸਹਿਜ ਦੇ ਵਿੱਚ, ਫਿਰ ਉਹ ਸਾਡੇ ਮੁਖ ਰਾਹੀਂ ਮਾਲਕ ਖੁਦ ਬੋਲਦੇ। ਮਹਾਰਾਜ ਫਰਮਾਉਂਦੇ ਨੇ, ਸੁਨ ਸਹਿਜ ਮੇ ਰਿਹਾ ਸਮਾਈ, ਮਨ ਮਧੇ ਜਾਣੇ ਜੇ ਕੋਈ, ਜੋ ਬੋਲੇ ਸੋ ਆਪੇ ਹੋਏ। ਬਈ ਜਦੋਂ ਸਾਡਾ ਮਨ ਸੁੰਨ ਸਮਾਧੀ 'ਚ ਬੈਠ ਜਾਂਦਾ, ਘਰ ਏ ਸਾਡਾ ਥਿਰ ਘਰ, ਅਤੇ ਜਦੋਂ ਅਸੀਂ ਥਿਰ ਘਰ ਬੈਠ ਗਏ, ਮਨ ਦਾ ਘਰ ਚਲਾ ਗਿਆ, ਫਿਰ ਸਾਡੇ ਮੁਖ ਦਾ ਸਤਿਗੁਰੂ ਇਸਤੇਮਾਲ ਕਰਦੇ। ਫਿਰ ਉਹ ਜੋ ਸਾਨੂੰ ਸਮਝਾਉਣਾ ਚਾਹੁੰਦੇ, ਉਹ ਫਿਰ ਉਹਨਾਂ ਦੇ ਮੁਖ ਰਾਹੀਂ ਦੱਸਦੇ। ਹੁਣ ਜਦ ਤੱਕ ਸਾਨੂੰ ਐਸੇ ਗੁਰਮੁਖ ਮਿਲਦੇ ਨਹੀਂ ਜਿਨ੍ਹਾਂ ਦੇ ਮੁਖ ਰਾਹੀਂ ਮਾਲਕ ਬੋਲੇ। ਹੁਣ ਬੋਲਦਾ ਕਿਹਨਾਂ ਦੇ ਮੁਖ ਰਾਹੀਂ? ਜਿਹੜੇ ਘਰ ਚਲੇ ਗਏ, ਜਿਹੜੇ ਸਹਿਜ ਵਿੱਚ ਚਲੇ ਗਏ, ਉਹਨਾਂ ਦੇ ਮੁਖ ਰਾਹੀਂ ਬੋਲਦਾ। ਤਾਂ ਕਰਕੇ ਉਹਨਾਂ ਨੂੰ ਗੁਰਮੁਖ ਕਹਿੰਦੇ। ਅਤੇ ਤਾਈਓ ਕਹਿੰਦੇ ਵੀ ਉਹਨਾਂ ਦਾ ਸਰੀਰ ਪ੍ਰਵਾਨ ਹੋ ਗਈ। ਇਉਂ ਪ੍ਰਵਾਨ ਹੋ ਗਿਆ ਕਿਉਂਕਿ ਉਹਨਾਂ ਦਾ ਆਪਣਾ ਆਪਾ ਖਤਮ ਹੋ ਗਿਆ। ਉਹਨਾਂ ਦੇ ਮੁਖ ਰਾਹੀਂ ਮਾਲਕ ਬੋਲੇਗਾ, ਉਹਨਾਂ ਦੇ ਨੇਤਰਾਂ ਰਾਹੀਂ ਮਾਲਕ ਦੇਖੇਗਾ। ਉਹਨਾਂ ਦੇ ਫਿਰ ਇਹ ਸਰੀਰ ਦਾ ਹੀ ਮਾਲਕ ਖੁਦ ਇਸਤੇਮਾਲ ਕਰੇਗਾ, ਸਤਿਗੁਰੂ ਲੈ ਕੇ ਚੱਲੇਗਾ। ਹੁਣ ਜਿਹੜੇ ਸਰੀਰ ਨੂੰ ਸਤਿਗੁਰ ਲੈ ਕੇ ਚੱਲ ਰਹੇ, ਆਪ ਮਾਲਕ ਲੈ ਕੇ ਚੱਲ ਰਹੇ, ਜੇ ਅਸੀਂ ਉਹਨਾਂ ਦੇ ਚਰਨੀ ਲੱਗਾਂਗੇ, ਉਹਨਾਂ ਦੇ ਮੰਨ ਲਓ ਅਸੀਂ ਪੈਰੀਂ ਹੱਥ ਲਾਵਾਂਗੇ, ਤੇ ਕਿਹਦੇ ਲਾ ਰਹੇ ਹਾਂ? ਕਿਉਂਕਿ ਉਹ ਮਾਲਕ ਦੇ, ਜਿਹੜਾ ਮਾਲਕ ਲੈ ਕੇ ਚੱਲ ਰਿਹਾ। ਔਰ ਇਸ ਵਾਸਤੇ ਸਾਨੂੰ ਫਿਰ ਸਮਝਾਉਂਦੇ ਵੀ ਆਪਣੇ ਨਾਲੋਂ ਤਾਂ ਉਹ ਗਲੀਆਂ ਦੇ ਕੱਖ ਵੀ ਚੰਗੇ ਨੇ ਵੀ ਜਿਹੜੇ ਗੁਰਮੁਖਾਂ ਦੇ ਚਰਨੀ ਲੱਗਦੇ, ਜਿਹੜੇ ਉਹਨਾਂ ਦੇ ਪੈਰਾਂ ਨਾਲ ਲੱਗ ਜਾਂਦੇ। ਔਰ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੇ ਅਸੀਂ ਸਾਧੂਆਂ ਦੇ ਚਰਨੀ ਲੱਗੀਏ, ਜੇ ਹੁਣ ਅਸੀਂ ਉਹਨਾਂ ਦੇ ਮੰਨ ਲਓ ਦ੍ਰਿਸ਼ਟਮਾਨ ਚਰਨ ਵੀ, ਜੇ ਅਸੀਂ ਉਹਨਾਂ ਦੇ ਪੈਰੀ ਹੱਥ ਵੀ ਲਾਵਾਂਗੇ, ਅਸੀਂ ਝੁਕਾਂਗੇ। ਜਦੋਂ ਅਸੀਂ ਝੁਕਾਂਗੇ ਤਾਂ ਉਹ ਸਾਨੂੰ ਅਸੀਸ ਦੇਣਗੇ। ਜਿਵੇਂ ਹੁਣ ਆਪਾਂ ਕੋਈ ਵੀ ਬਜ਼ੁਰਗ ਹੈ, ਆਪਾਂ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦੇ, ਉਹਨਾਂ ਦੇ ਅੱਗੇ ਆਪਾਂ ਝੁਕਦੇ ਹਾਂ। ਜਦੋਂ ਹੁਣ ਕਿਸੇ ਵੀ ਜੀਵ ਦੇ ਆਪਾਂ ਪੈਰੀਂ ਹੱਥ ਲਾਉਂਦੇ ਹਾਂ, ਉਹਦੇ ਇੱਕਦਮ ਵਿਚਾਰ ਰੁਕ ਜਾਂਦੇ, ਫੁਰਨੇ ਉਹਦੇ ਰੁਕ ਜਾਂਦੇ ਇੱਕਦਮ, ਜਦੋਂ ਆਪਾਂ ਉਹਦੇ ਚਰਨੀ ਹੱਥ ਲਾਵਾਂਗੇ। ਜਦੋਂ ਉਹਦੇ ਵਿਚਾਰ ਰੁਕਣਗੇ, ਉਹ ਸਾਨੂੰ ਅਸੀਸ ਦੇਗਾ। ਉਹ ਜਿਹੜੀ ਅਸੀਸ ਉਹ ਆਪਾਂ ਨੂੰ ਲੱਗ ਜਾਂਦੀ, ਉਹਦਾ ਆਪਾਂ ਨੂੰ ਲਾਹਾ ਹੁੰਦਾ, ਉਹਦਾ ਆਪਾਂ ਨੂੰ ਫਲ ਮਿਲਦਾ। ਹੁਣ ਜਿਹੜੇ ਗੁਰਮੁਖ ਨੇ, ਜਿਨ੍ਹਾਂ ਦੀ ਰਸਨਾ 'ਤੇ ਮਾਲਕ ਬੋਲਦਾ, ਅਤੇ ਜੇ ਅਸੀਂ ਉਹਨਾਂ ਦੇ ਚਰਨੀ ਹੱਥ ਲਾ ਲਾਂਗੇ, ਅਤੇ ਜੇ ਉਹ ਸਾਨੂੰ ਅਸੀਸ ਦੇਣਗੇ, ਉਹ ਤਾਂ ਸਾਨੂੰ ਲੱਗਣੀ ਜਦੋਂ ਆਮ ਜੀਵ ਦੀ ਲੱਗ ਜਾਂਦੀ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਆਪਾਂ ਨੂੰ ਤਾਂ ਜੋ ਵੀ ਗੁਰ ਸਿੱਖੜਾ ਦਿਸੇ ਵੀ ਉਹਦੇ ਚਰਨੀ ਲੱਗੋ। ਹੁਣ ਪਰ ਜਦੋਂ ਜੀਵ ਦੇ ਅੰਦਰ ਕੱਟੜਤਾ ਆ ਜਾਂਦੀ ਵੀ ਉਹ ਆਪਦੀ ਮੱਤ ਦੁਆਰਾ ਚੱਲ, ਉਹ ਫਿਰ ਕਹਿੰਦਾ ਵੀ ਮੈਂ ਤਾਂ ਕਿਸੇ ਅੱਗੇ ਨਿਭਦਾ ਹੀ ਨਹੀਂ ਜੀ। ਹੁਣ ਇਹ ਕਿਉਂ ਨਹੀਂ ਨਿਭਦਾ? ਕਿਉਂਕਿ ਅੰਦਰ ਹਉਮੈ ਆ, ਹੰਕਾਰ। ਹੁਣ ਮਹਾਰਾਜ ਤਾਂ ਕਹਿੰਦੇ ਵੀ ਜਿਨ੍ਹਾਂ ਨੂੰ ਇਹ ਭੇਤ ਆ ਗਿਆ, ਜਿਨ੍ਹਾਂ ਨੂੰ ਇਹ ਸੋਝੀ ਆ ਗਈ, ਜਿਹੜਾ ਮਨ ਜਾਗ ਪਿਆ, ਉਹ ਤਾਂ ਹਮੇਸ਼ਾ ਹੀ ਝੁਕਦਾ ਰਹਿੰਦਾ। ਜਿਹੜਾ ਮਨ ਨਿਰਮਲ ਹੋ ਗਿਆ, ਉਹਦੀ ਇਹ ਨਿਸ਼ਾਨੀ ਹੈ। ਉਹ ਜਿਹਦੇ ਅੰਦਰ ਨਾਮ ਪ੍ਰਗਟ ਹੋ ਗਿਆ, ਨਾਮ ਦੇ ਨਾਲ ਜੁੜ ਗਿਆ, ਉਹ ਤਾਂ ਫਿਰ ਸਭ ਦੇ ਵਿੱਚ ਹੀ ਮਾਲਕ ਨੂੰ ਦੇਖਦਾ।
ਸਾਹਮਣੇ ਨਿਰਗੁਣ ਹੈ, ਨਿਰਗੁਣ ਨੂੰ ਵੀ ਸੀਸ ਝੁਕਾਉਂਦਾ, ਤੇ ਜਦੋਂ ਦ੍ਰਿਸ਼ਟਮਾਨ ਦੇ ਵਿੱਚ ਸਰਗਨ ਰੂਪ 'ਚ ਉਹ ਸਾਹਮਣੇ ਆਉਂਦਾ ਉਹਨੂੰ ਵੀ ਸੀਸ ਝੁਕਾਉਂਦਾ ਵੀ ਸਰਗਨ ਰੂਪ 'ਚ ਮਾਲਕ ਨੇ ਦਰਸ਼ਨ ਦਿੱਤੇ। ਮਹਾਰਾਜ ਇਸ ਲਈ ਫਰਮਾਉਂਦੇ, ਉਰ ਧਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ, ਨੈਮਖ ਨੈਮਖ ਠਾਕਰ ਨਮਸਕਾਰੀ, ਨਾਨਕ ਅਪਰ ਸਗਲ ਨਿਸਤਾਰੀ। ਵੀ ਜਿਹਦੇ ਅੰਦਰ ਨਾਮ ਪ੍ਰਗਟ, ਜਿਹੜੇ ਨਾਮ ਦੇ ਨਾਲ ਜੁੜ ਗਏ, ਜਿਹੜੇ ਮਨ ਸੀਤਲ ਹੋ ਗਏ, ਜਿਹੜੇ ਮਨ ਨਿਰਮਲ ਹੋ ਗਏ, ਉਹਦਾ ਹਮੇਸ਼ਾ ਹੀ ਨਮਸਕਾਰ ਕਰਦਾ ਰਹਿੰਦਾ, ਉਹਦਾ ਸੀਸ ਝੁਕਦਾ ਹੀ ਰਹਿੰਦਾ। ਹੁਣ ਜਿਹੜਾ ਕਹਿੰਦਾ ਵੀ ਮੈਂ ਕਿਸੇ ਅੱਗੇ ਸੀਸ ਨਹੀਂ ਝੁਕਾਉਂਦਾ, ਇਹਦਾ ਮਤਲਬ ਉਹ ਸੁੱਤਾ ਹੋਏ। ਸੁੱਤਾ ਹੋਣ ਕਰਕੇ ਉਹਦੇ ਅੰਦਰ ਹਉਮੈ ਹੰਕਾਰ ਹੈ, ਤੇ ਜਿਹੜਾ ਹੰਕਾਰ ਉਹ ਪਰਮਾਤਮਾ ਨੂੰ ਭਾਉਂਦਾ ਨਹੀਂ। ਰਮਾਉਂਦੇ ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਵੇਦਾਂ ਦੇ ਵਿੱਚ ਸਾਨੂੰ ਇਹ ਗੱਲ ਵਾਰ-ਵਾਰ ਸਮਝਾਈ ਵੀ ਬਈ ਜਿਹੜਾ ਹੰਕਾਰ ਹੈ ਉਹ ਮਾਲਕ ਨੂੰ ਭਾਉਂਦਾ ਨਹੀਂ ਹੈ। ਵੱਡੇ ਵੱਡੇ ਹੰਕਾਰੀ ਗਰਭ ਦੇ ਵਿੱਚ ਗਲ ਜਾਂਦੇ। ਸਾਨੂੰ ਕਹਿੰਦੇ ਜੇ ਤੁਸੀਂ ਸੁਖੀ ਹੋਣਾ ਤੇ ਮਨ ਕਰਕੇ ਮਸਕੀਨ ਹੋਵੋ, ਮਨ ਕਰਕੇ ਗਰੀਬ ਹੋਵੋ, ਫਿਰ ਤੁਸੀਂ ਸੁਖੀ ਵਸੋਗੇ। ਪਰ ਮਾਉਂਦੇ ਨੇ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਹੁਣ ਜਦੋਂ ਅਸੀਂ ਸਾਧੂ ਜਨਾਂ ਦੀ ਸ਼ਰਨ 'ਚ ਜਾਂਦੇ ਹਾਂ, ਉਹ ਸਾਨੂੰ ਨੀਵਾਂ ਹੋਣਾ ਹੀ ਸਿਖਾਉਂਦੇ, ਉਹ ਸਾਨੂੰ ਝੁਕਣਾ ਹੀ ਸਿਖਾਉਂਦੇ। ਜਿਹੜੀ ਸਾਡੇ ਅੰਦਰ ਹਉਮੈ ਹੰਕਾਰ ਹੁੰਦਾ ਤਾਂਹੀਓ ਅਸੀਂ ਝੁਕਦੇ ਨਹੀਂ। ਹੁਣ ਜਦੋਂ ਅਸੀਂ ਉਹਨਾਂ ਦਾ ਸੰਗ ਕਰਾਂਗੇ, ਉਹਨਾਂ ਨੇ ਸਾਨੂੰ ਮਾਲਕ ਦੀ ਵਿਚਾਰ ਸੁਣਾ ਕੇ ਸਾਡੇ ਮਨ ਤੋਂ ਮੈਲ ਲਾ ਦੇਣ। ਜਦੋਂ ਸਾਡੇ ਮਨ ਤੋਂ ਮੈਲ ਉਤਰ ਗਈ ਤੇ ਅਸੀਂ ਨੀਵੇਂ ਹੋ ਜਾਣਾ, ਝੁਕ ਜਾਣਾ, ਕਿਉਂਕਿ ਮਨ ਜਿਹੜਾ ਮੈਲਾ ਹੈ, ਮੈਲਾ ਮਨ ਝੁਕਦਾ ਨਹੀਂ, ਉਹ ਹੰਕਾਰੀ ਹੁੰਦਾ। ਉਹਦੇ ਅੰਦਰ ਹਉਮੈ ਹੁੰਦੀ, ਜਿੰਨੀ ਹਉਮੈ ਓਨਾ ਹੰਕਾਰੀ, ਓਨਾ ਹੀ ਨਿਵੇਂਗਾ ਨਹੀਂ, ਝੁਕੇਗਾ ਨਹੀਂ। ਉਹ ਆਪਦੀ ਗਲਤੀ ਮਹਿਸੂਸ ਕਰੇਗਾ ਹੀ ਨਹੀਂ, ਮੰਨਦਾ ਹੀ ਨਹੀਂ। ਉਹ ਕਹਿੰਦਾ ਮੈਂ ਹੀ ਠੀਕ ਹਾਂ। ਜਿੰਨਾ ਮਨ ਨਿਰਮਲ ਹੋਏਗਾ ਓਨਾ ਹੀ ਸਹਿਜ ਵਿੱਚ ਹੋਏਗਾ, ਤੇ ਓਨਾ ਹੀ ਨੀਵਾਂ ਹੋਏਗਾ, ਓਨਾ ਹੀ ਨਿਮਾਣਾ ਹੋਏਗਾ। ਹੁਣ ਜਿੰਨੇ ਅਸੀਂ ਨਿਮਾਣੇ ਹੋ ਜਾਵਾਂਗੇ, ਓਨਾ ਹੀ ਅਸੀਂ ਆਤਮਿਕ ਤੌਰ 'ਤੇ ਅੰਦਰੋਂ ਉੱਚੇ ਹੋ ਜਾਵਾਂਗੇ। ਮਹਾਰਾਜ ਇਸ ਲਈ ਫਰਮਾਉਂਦੇ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ। ਹੁਣ ਜਿਹੜਾ ਆਪਦੇ ਆਪ ਨੂੰ ਨੀਵਾਂ ਸਮਝਦਾ, ਉਹ ਤਾਂ ਹਰੇਕ ਦੇ ਜੀ ਚਰਨੀ ਹੱਥ ਲਾ ਦੇਗਾ, ਕਿਉਂਕਿ ਉਹ ਤਾਂ ਹੈ ਹੀ ਨੀਵਾਂ, ਉਹ ਤਾਂ ਸਮਝਦਾ ਵੀ ਮੈਂ ਨੀਵਾਂ। ਹੁਣ ਜਿਹੜਾ ਹੰਕਾਰੀ ਹੈ ਉਹ ਆਖੇਗਾ ਮੈਂ ਕਿਉਂ ਨੀਵਾਂ, ਮੈਂ ਕਿਉਂ ਕਿਸੇ ਦੇ ਪੈਰੀਂ ਹੱਥ ਲਾਵਾਂ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਤਾਂ ਆਪਾਂ ਨੂੰ ਆਮ ਵੀ ਸਮਝਾਇਆ ਜਾਂਦਾ, ਮਾਤਾ ਪਿਤਾ ਸਮਝਾਉਂਦੇ, ਆਪਾਂ ਨੂੰ ਵੱਡੇ ਬਜ਼ੁਰਗ ਸਮਝਾਉਂਦੇ ਵੀ ਜਿਹੜਾ ਵੀ ਆਪਾਂ ਨੂੰ ਕੋਈ ਬਜ਼ੁਰਗ ਆਪ ਤੋਂ ਵੱਡਾ ਮਿਲਦਾ ਵੀ ਉਹਨੂੰ ਤੁਸੀਂ ਨਿਮੋ, ਉਹਦੇ ਅੱਗੇ ਉਹਨੂੰ ਸੀਸ ਝੁਕਾਓ, ਉਹਨੂੰ ਫਤਿਹ ਬੁਲਾਓ, ਉਹਦੇ ਪੈਰੀਂ ਹੱਥ ਲਾਓ। ਹੁਣ ਇਹੋ ਆਪਾਂ ਨੂੰ ਗੁਰੂ ਸਾਹਿਬ ਸਮਝਾਉਂਦੇ ਬਈ ਅਸੀਂ ਉਹਦੇ ਅੱਗੇ ਝੁਕਣਾ। ਜਿਵੇਂ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆ ਕੇ ਨਮਸਕਾਰ ਕਰਦੇ। ਕਿਉਂ ਨਮਸਕਾਰ ਕਰਦੇ, ਕਿਉਂ ਮੱਥਾ ਟੇਕਦੇ ਹਾਂ? ਕਿਉਂਕਿ ਇਹ ਸਾਨੂੰ ਉਪਦੇਸ਼ ਦਿੰਦੇ ਨੇ, ਸਾਨੂੰ ਸਾਡੇ ਜੀਵਨ ਦੀ ਜਾਚ ਸਿਖਾਉਂਦੇ ਅਤੇ ਸਾਨੂੰ ਭੇਦ ਦਿੰਦੇ। ਜਿਹੜੀ ਗੱਲ ਦਾ ਸਾਨੂੰ ਨਹੀਂ ਪਤਾ ਸਾਨੂੰ ਉਹ ਦੱਸਦੇ ਵੀ ਅਸੀਂ ਕਿਵੇਂ ਪਰਮਾਤਮਾ ਤੋਂ ਵਿਛੜੇ, ਕਿਵੇਂ ਅਸੀਂ ਮਿਲਾਪ ਕਰਨ। ਇਸ ਵਾਸਤੇ ਆਪਾਂ ਨਿਮਦੇ ਹਾਂ, ਸੀਸ ਝੁਕਾਉਂਦੇ ਹਾਂ, ਅਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਸਮਝਾਉਂਦੇ ਵੀ ਉਹਨਾਂ ਅੱਗੇ ਤਾਂ ਅਸੀਂ ਨਿਮਣਾ ਹੀ। ਹੁਣ ਸੰਤ ਸਾਧੂ ਜਨ ਉਹ ਵੀ ਤਾਂ ਆਪਾਂ ਨੂੰ ਇਹੀਓ ਸਮਝਾਉਂਦੇ, ਉਹ ਵੀ ਸਾਨੂੰ ਇਹੀਓ ਭੇਜ ਦਿੰਦੇ ਵੀ ਪਰਮਾਤਮਾ ਦੇ ਨਾਲ ਜੁੜੋ, ਮਾਲਕ ਦੇ ਨਾਲ ਜੁੜੋ। ਕਿਵੇਂ ਅਸੀਂ ਉਹ ਤੋਂ ਵਿਛੜੇ ਹਾਂ, ਕਿਵੇਂ ਅਸੀਂ ਵਾਪਸ ਫਿਰ ਮਿਲਾਪ ਕਰਨ। ਔਰ ਉਹ ਸਾਨੂੰ ਜਦੋਂ ਸਮਝਾਉਂਦੇ, ਇਸ ਕਰਕੇ ਆਪਾਂ ਉਹਨਾਂ ਅੱਗੇ ਨਿਮਦੇ ਹਾਂ, ਉਹਨਾਂ ਨੂੰ ਵੀ ਆਪਾਂ ਨਮਸਕਾਰ ਕਰਦੇ। ਇਹ ਆ ਗਏ, ਉਹਨਾਂ ਨੂੰ ਤਾਂ ਨਮਸਕਾਰ ਗੁਰੂ ਸਾਹਿਬ ਵੀ ਕਰ ਰਹੇ ਨੇ। ਮਹਾਰਾਜ ਕਹਿੰਦੇ ਵੀ ਜੇ ਕੋਈ ਐਸਾ ਪੰਡਤ ਹੋਵੇ, ਪੰਡਤ ਕਹਿੰਦੇ ਵੀ ਜਿਹੜਾ ਗੁਰਮੁਖ ਨੂੰ ਪੰਡਤ ਵੀ ਆਖੇ, ਜਿਹੜਾ ਚੌਂ ਵਰਨਾਂ ਨੂੰ ਉਪਦੇਸ਼ ਦਿੰਦਾ ਹੈ,
ਇੱਕੋ ਜਿਹਾ ਉਪਦੇਸ਼, ਉਹ ਕੋਈ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਕਿਉਂਕਿ ਸਾਰਿਆਂ ਨੂੰ ਸਾਂਝਾ। ਮਹਾਰਾਜ ਕਹਿੰਦੇ ਚੌਂ ਵਰਨਾ ਕੋ ਦੇ ਉਪਦੇਸ਼, ਤਿਸ ਪੰਡਤ ਕੋ ਸਦਾ ਆਦੇਸ਼। ਵੀ ਐਸੇ ਪੰਡਤ ਨੂੰ ਸਾਡੀ ਵੀ ਸਦਾ ਨਮਸਕਾਰ ਹੈ, ਅਸੀਂ ਵੀ ਝੁਕਦੇ। ਹੁਣ ਇਸੇ ਤਰ੍ਹਾਂ ਹੀ ਆਪਾਂ ਨੂੰ ਸਮਝਾਉਂਦੇ ਵੀ ਜੇ ਕੋਈ ਪੰਡਤ ਹੈ, ਵੀ ਜੇ ਕੋਈ ਗੁਰਮੁਖ ਹੈ, ਜੇ ਕੋਈ ਸੰਤ ਹੈ, ਸਾਧੂ, ਜਿਹੜਾ ਚੌਂ ਵਰਨਾਂ ਨੂੰ ਸਾਂਝਾ ਉਪਦੇਸ਼ ਦਿੰਦਾ, ਹੁਣ ਉਹਨੂੰ ਆਪਣੀ ਵੀ ਨਮਸਕਾਰ ਹੈ, ਆਪਾਂ ਵੀ ਉਹਦੇ ਅੱਗੇ ਝੁਕਦੇ। ਕਿਉਂਕਿ ਜੋ ਜਿਵੇਂ ਆਪਾਂ ਨੂੰ ਗੁਰੂ ਸਾਹਿਬ ਸਾਰਿਆਂ ਨੂੰ ਸਾਂਝਾ ਉਪਦੇਸ਼ ਕਰਦੇ। ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਬਈ ਸਾਰਿਆਂ ਲਈ ਸਾਂਝਾ ਉਪਦੇਸ਼, ਚੌਂ ਵਰਨਾਂ ਲਈ। ਇਸੇ ਤਰ੍ਹਾਂ ਹੀ ਮਹਾਂਪੁਰਖ ਜੋ ਸਾਨੂੰ ਮਾਲਕ ਨੂੰ ਮਿਲਾਪ ਦਾ ਰਸਤਾ ਦੱਸਦੇ, ਉਹ ਸਾਡੇ ਸਾਰਿਆਂ ਵਾਸਤੇ ਸਾਂਝਾ। ਮਹਾਰਾਜ ਕਹਿੰਦੇ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਹੁਣ ਉਹ ਸਾਰੇ ਜਹਾਨ ਨੂੰ ਸਾਂਝਾ ਉਪਦੇਸ਼ ਕਰਦੇ। ਜਿਹੜਾ ਸਾਰਿਆਂ ਨੂੰ ਸਾਂਝਾ ਉਪਦੇਸ਼ ਕਰਦਾ ਉਹ ਤਾਂ ਗੁਰੂ ਸਾਹਿਬ ਵੀ ਕਹਿੰਦੇ ਵੀ ਸਾਡੀ ਨਮਸਕਾਰ। ਹੁਣ ਆਪਾਂ ਫਿਰ ਕਿਉਂ ਨਾ ਉਹਨਾਂ ਨੂੰ ਨਮਸਕਾਰ ਕਰੀਏ, ਆਪਾਂ ਕਿਉਂ ਨਾ ਉਹਨਾਂ ਦਾ ਸਤਿਕਾਰ ਕਰੀਏ, ਕਿਉਂਕਿ ਉਹਨਾਂ ਨੂੰ ਸਤਿਕਾਰ ਤਾਂ ਸਤਿਗੁਰੂ ਬਖਸ਼ਦੇ ਨੇ। ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ ਤਾਂ ਗੁਰਬਾਣੀ ਗੁਰੂ ਕਰ ਰਹੇ ਨੇ। ਜਿਵੇਂ ਹੁਣ ਮਹਾਰਾਜ ਕਹਿੰਦੇ ਬਈ ਐਸੇ ਗੁਰਸਿੱਖਾਂ ਦੀ ਅਸੀਂ ਵੀ ਧੂੜੀ ਮੰਗਦੇ ਹਾਂ, ਜਿਹੜਾ ਆਪ ਵੀ ਜਪਦਾ ਤੇ ਹੋਰਾਂ ਨੂੰ ਵੀ ਜਪਾਉਂਦਾ। ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਬਈ ਐਸੀ ਵੀ ਐਸੇ ਗੁਰਸਿੱਖਾਂ ਦੀ ਧੂੜੀ ਮੰਗਦੀ। ਇਹੋ ਬੇਨਤੀ ਕਰਦੇ ਵੀ ਐਸੇ ਗੁਰਸਿੱਖਾਂ ਦੀ ਧੂੜੀ ਮਿਲੇ ਤਾਂ ਕਿ ਜਿਹੜਾ ਸਾਡਾ ਮਨ ਪਾਪੀ ਹੋ ਗਿਆ, ਇਹਦੀ ਪਾਪਾਂ ਦੀ ਮੈਲ ਉਤਰੇ ਤੇ ਇਹਦੀ ਵੀ ਪਰਮ ਗਤੀ ਹੋ ਜਾਏ। ਮਹਾਰਾਜ ਤਾਈਓ ਫਰਮਾਉਂਦੇ ਗੁਰਸਿੱਖਾਂ ਕੀ ਹਰ ਧੂੜ ਦੇ, ਅਹਮ ਪਾਪੀ ਭੀਗਤ ਪਾਈ। ਬਈ ਜੇ ਸਾਨੂੰ ਉਹਨਾਂ ਦੀ ਧੂੜੀ ਮਿਲ ਜੇ, ਸਾਨੂੰ ਉਹਨਾਂ ਦੇ ਕਿਤੇ ਵਚਨ ਮਿਲ ਜਾਣ, ਸਾਨੂੰ ਉਹਨਾਂ ਦੀ ਸੰਗਤ ਮਿਲ ਜੇ। ਹੁਣ ਜਦੋਂ ਸਾਨੂੰ ਉਹਨਾਂ ਦੀ ਸੰਗਤ ਮਿਲੇਗੀ ਤੇ ਉਹ ਸੰਗਤ ਦੇ ਵਿੱਚ ਅਸੀਂ ਜਾਵਾਂਗੇ ਤੇ ਉਹਨਾਂ ਨੇ ਵਿਚਾਰ ਹੀ ਇਹ ਕਰਨੀ। ਕਿਉਂਕਿ ਉਹਨਾਂ ਨੇ ਸਾਨੂੰ ਕੋਈ ਸੰਸਾਰ ਦੀਆਂ ਤਾਂ ਗੱਲਾਂ ਸੁਣਾਉਣੀਆਂ ਨਹੀਂ ਦੰਨਿਆ, ਵੀ ਉਹਨਾਂ ਨੇ ਤਾਂ ਸਾਨੂੰ ਮਾਲਕ ਦੀ ਗੱਲ ਸੁਣਾਉਣੀ। ਆਈਆਂ ਮਾਰੇ ਕਹਿੰਦੇ ਵੀ ਜਿਹੜੇ ਹਰੀ ਦੇ ਸੰਤ ਉਹ ਭਲੇ ਨੇ, ਕਿਉਂਕਿ ਉਹਨਾਂ ਨੂੰ ਮਿਲ ਕੇ, ਉਹਨਾਂ ਦੇ ਦਰਸ਼ਨ ਕਰਨ ਦੇ ਨਾਲ, ਉਹਨਾਂ ਦੇ ਬਚਨਾਂ ਦੀ ਧੂੜੀ ਲੈਣ ਦੇ ਨਾਲ ਸਾਡੇ ਮਨ ਤੋਂ ਦੁਰਮਤ ਦੀ ਮੈਲ ਇਉਂ ਨਿਕਲਦੀ ਹੈ। ਜਿਵੇਂ ਮੈਲਾ ਕੱਪੜਾ ਹੈ, ਉਹਨੂੰ ਸੰਗ ਹੋ ਜਾਂਦਾ ਸਾਬਣ ਦਾ ਸੰਗ ਕਰਕੇ ਕੱਪੜੇ ਦੀ ਮੈਲ ਉਤਰ ਜਾਂਦੀ, ਤੇ ਸੰਤ ਜਨਾਂ ਦਾ ਸੰਗ ਕਰਕੇ ਸਾਡੇ ਮਨ ਦੀ ਮੈਲ ਉਤਰ ਜਾਂਦੀ। ਮਹਾਰਾਜ ਫਰਮਾਉਂਦੇ ਹਰ ਕੇ ਸੰਤ, ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਹੀਏ। ਹਉਮੈ ਦੁਰਤ ਗਈ ਸਭ ਨਿਕਰ ਜਿਉ ਕਾਪੜ ਸਾਬਣ ਕਰੀਏ। ਬਈ ਸਾਡੇ ਮਨ 'ਤੇ ਜਿਹੜੀ ਹਉਮੈ ਦੀ, ਹੰਕਾਰ ਦੀ, ਜਿਹੜੀ ਇਹ ਦੁਰਮਤ ਦੀ ਮੈਲ ਲੱਗੀ ਹੁੰਦੀ, ਇਹ ਸੰਤਾਂ ਦਾ ਸੰਗ ਕਰਕੇ ਉਤਰਦੀ। ਤਾਂਹੀਓ ਮਹਾਰਾਜ ਫਿਰ ਵਡਿਆਈ ਕਰਦੇ ਸੰਤਾਂ ਦੀ। ਬਈ ਸੇਵਾ ਵਾਸਤੇ ਦੋਵੇਂ ਭਲੇ, ਸੰਤ ਵੀ ਤੇ ਰਾਮ ਵੀ। ਸੰਤ ਤਾਂ ਕਰਕੇ ਭਲੇ ਕਿਉਂਕਿ ਉਹਨਾਂ ਨੇ ਸਾਨੂੰ ਨਾਮ ਜਪਾਉਣਾ, ਨਾਮ ਜਪਾ ਕੇ ਉਹਨਾਂ ਨੇ ਸਾਡੇ ਮਨ ਦੀ ਮੈਲ ਲਾ ਦੇਣੀ। ਇਹ ਮਾਲਕ ਨੇ ਸਾਨੂੰ ਜੀਵਨ ਮੁਕਤ ਕਰ ਦੇਣਾ, ਉਹਨੇ ਸਾਨੂੰ ਅਮਰ ਪਦ ਵੀ ਦੇ ਦੇਣਾ। ਮਹਾਰਾਜ ਫਰਮਾਉਂਦੇ ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਬਈ ਸੰਤਾਂ ਨੇ ਸਾਨੂੰ ਨਾਮ ਹੀ ਜਪਾਉਣਾ, ਉਹਨਾਂ ਨੇ ਸਾਨੂੰ ਇਹੋ ਵਾਰ-ਵਾਰ ਸਮਝਾਉਣਾ ਵੀ ਅਸੀਂ ਸਿਮਰਨ ਕਰੀਏ ਤੇ ਮਾਲਕ ਨਾਲ ਮਿਲਾਪ ਕਰੀਏ। ਅੱਗੇ ਉਹਨਾਂ ਦਾ ਕਰਮ ਹੀ ਇਹ। ਮਹਾਰਾਜ ਕਹਿੰਦੇ ਸਾਜਨ ਸੰਤ ਕਰੋ ਇਹ ਕਾਮ, ਆਨ ਤੇ ਆਗ ਜਪੋ ਹਰ ਨਾਮ। ਸਿਮਰ 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 ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਉਹਨਾਂ ਨੇ ਆਪ ਵੀ ਜਪਣਾ ਤੇ ਆਪਾਂ ਨੂੰ ਵੀ ਪ੍ਰੇਰਨਾ ਵੀ ਤੁਸੀਂ ਵੀ ਜਪੋ, ਆਪਾਂ ਨੂੰ ਵੀ ਜਪਾਉਣਾ। ਨਾਲ ਨਾਲ ਉਹਨਾਂ ਨੇ ਇਕਾਥ ਕਹਾਣੀ ਕਰਨੀ, ਸਾਨੂੰ ਮਾਲਕ ਨੂੰ ਮਿਲਾਪ ਦਾ ਰਸਤਾ ਦੱਸਣਾ।
ਬਈ ਕਿਵੇਂ ਅਸੀਂ ਕਿਹੜੇ ਕਰਮਾਂ ਕਰਕੇ ਪਰਮਾਤਮਾ ਤੋਂ ਵਿਛੜੇ। ਹੁਣ ਅਸੀਂ ਕਿਹੜੇ ਐਸੇ ਕਰਮ ਕਰੀਏ ਗੁਰੂ ਦੀ ਮੱਤ ਦੁਆਰਾ ਵੀ ਤਾਂ ਕਿ ਅਸੀਂ ਪਰਮਾਤਮਾ ਦੇ ਨੇੜੇ ਹੋ ਜਾਈਏ, ਅਸੀਂ ਮਾਲਕ ਨਾਲ ਮਿਲਾਪ ਕਰ ਲਈਏ। ਉਹ ਫਿਰ ਉਹਨਾਂ ਨੇ ਸਾਰਾ ਸਾਨੂੰ ਇਹ ਭੇਜ ਦੇਣਾ ਕਥ ਕਹਾਣੀ ਰਾਹੀਂ। ਅਈਓ ਮਾਰੇ ਕਹਿੰਦੇ ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਏ। ਬਈ ਉਹਨਾਂ ਨੇ ਸਾਨੂੰ ਦੱਸਣਾ ਵੀ ਕਿਵੇਂ ਅਸੀਂ ਮਾਲਕ ਨੂੰ ਮਿਲਣਾ, ਕਿਵੇਂ ਅਸੀਂ ਮਾਲਕ ਦੇ ਦਰ ਤੱਕ ਜਾਣਾ, ਕਿਵੇਂ ਅਸੀਂ ਆਪਦੇ ਘਰ ਜਾਣਾ। ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਬਈ ਉਹਨਾਂ ਨੇ ਕਥ ਕਹਾਣੀ ਹੀ ਕਰਨੀ, ਮਾਲਕ ਨੂੰ ਮਿਲਾਪ ਦਾ ਰਸਤਾ ਹੀ ਦੱਸ। ਸੰਤਾਂ ਨੇ ਸਾਨੂੰ ਕੋਈ ਸੰਸਾਰ ਦੀਆਂ ਕਹਾਣੀਆਂ ਨਹੀਂ ਸੁਣਾਉਣੀਆਂ, ਉਹਨਾਂ ਨੇ ਸਾਨੂੰ ਇਹ ਨਹੀਂ ਵੀ ਕੋਈ ਦੁਨਿਆਵੀ ਜੋੜ ਜੋੜ ਕੇ ਸੁਣਾਉਣੀ। ਉਹਨਾਂ ਨੇ ਤਾਂ ਕਥ ਕਹਾਣੀ ਕਰਨੀ, ਮਾਲਕ ਨੂੰ ਮਿਲਾਪ ਦਾ ਰਸਤਾ ਦੱਸਿਓ, ਕਿਉਂਕਿ ਉਹਨਾਂ ਦਾ ਉਹ ਕੰਮ ਹੈ ਮਾਲਕ ਨੇ ਸੌਂਪੇ। ਉਹਨਾਂ ਨੂੰ ਇਹ ਨਹੀਂ ਬਈ ਅਸੀਂ ਬਈ ਕਿਸੇ ਜੀਵ ਨੂੰ ਵੀ ਇਹਨੂੰ ਸਮਝਾਉਣਾ ਹੀ ਸਮਝਾਉਣਾ, ਇਹਨੂੰ ਸਮਝ ਕਿਉਂ ਨਹੀਂ ਲੱਗਦੀ, ਵਾਰ-ਵਾਰ ਇਹਨੂੰ ਹੀ ਸਮਝਾਈ। ਸਮਝਾਉਣ ਵਾਲਾ ਮਾਲਕ ਅੰਦਰ ਬੈਠਾ ਹੈ ਅਤੇ ਉਹਨਾਂ ਦਾ ਜਿਹੜਾ ਕਰਮ, ਉਹਨਾਂ ਦੀ ਜਿਹੜੀ ਡਿਊਟੀ ਉਹਨਾਂ ਨੇ ਉਹ ਕੀਤੀ ਜਾਣੀ। ਜਿਵੇਂ ਚੌਂਕੀਦਾਰ ਦਾ ਕੰਮ ਬਈ ਉਹਨੇ ਹੋਕਾ ਦੇਣਾ ਵੀ ਜਾਗਦੇ ਰਹੋ, ਉਹਨੇ ਆਪਦੀ ਡਿਊਟੀ ਕੀਤੀ ਜਾਣੀ, ਉਹਨੇ ਆਪਦਾ ਕਰਮ ਕੀਤੀ ਜਾਣਾ, ਚਾਹੇ ਕੋਈ ਸੁਣੇ, ਚਾਹੇ ਕੋਈ ਮੰਨੇ, ਚਾਹੇ ਕੋਈ ਨਾ ਮੰਨੇ। ਔਰ ਇਸੇ ਤਰ੍ਹਾਂ ਹੀ ਸੰਤਾਂ ਨੇ ਆਪਦੀ ਡਿਊਟੀ ਨਿਭਾਈ ਜਾਣੀ, ਉਹਨਾਂ ਨੇ ਆਪਦਾ ਕਰਮ ਨਹੀਂ ਛੱਡਦੇ। ਚਾਹੇ ਉਹਨਾਂ ਨੂੰ ਕਰੋੜਾਂ ਨਾੜੀ ਸੰਤ ਮਿਲ ਜਾਣ, ਚਾਹੇ ਜੀਵ ਉਹਨਾਂ ਦੀ ਜਿੰਨੀ ਮਰਜ਼ੀ ਨਿੰਦਿਆ ਕਰੀ ਜਾਣ, ਉਹ ਆਪਦਾ ਸੁਭਾਅ ਜਿਹੜਾ ਪਰਉਪਕਾਰ ਵਾਲਾ ਉਹ ਨਹੀਂ ਛੱਡਦੇ। ਮਾਰੇ ਤਾਈਓ ਫਰਮਾਉਂਦੇ ਕਬੀਰ ਸੰਤ ਨਾ ਛੋੜੇ ਸੰਤ ਹੀ ਜੋ ਕੋਟਕ ਮਿਲੇ ਅਸੰਤ। ਬਈ ਸੰਤ ਨੇ ਆਪਦਾ ਜਿਹੜਾ ਉਹਨੇ ਉਹ ਆਪਦਾ ਕੰਮ ਨਹੀਂ ਛੱਡਣਾ, ਕਥ ਕਹਾਣੀ ਕਰਨੀ ਉਹਨੇ ਉਹ ਕੀਤੀ ਜਾ। ਹੁਣ ਉਹਨਾਂ ਨੇ ਇਸੇ ਤਰ੍ਹਾਂ ਆਪਾਂ ਨੂੰ ਸਮਝਾਈ ਜਾਣਾ, ਉਹਨਾਂ ਨੇ ਮਾਲਕ ਦੇ ਗੁਣ ਗਾਈ ਜਾਣੇ, ਦੱਸੀ ਜਾਣਾ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਜਦੋਂ ਅਸੀਂ ਉਹਨਾਂ ਦਾ ਸੰਗ ਕਰਾਂਗੇ, ਉਹਨਾਂ ਦਾ ਵਚਨ ਮੰਨਾਂਗੇ, ਇਹ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਲਾਂਗੇ, ਅਸੀਂ ਤਰ ਜਾਵਾਂਗੇ। ਮਹਾਰਾਜ ਤਾਈਓ ਫਰਮਾਉਂਦੇ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ। ਬਈ ਜੇ ਕੋਈ ਸੰਤਾਂ ਦਾ ਬਚਨ ਕਮਾਵੇ, ਮਹਾਰਾਜ ਕਹਿੰਦੇ ਉਹ ਤਰ ਜਾਂਦੇ। ਹੁਣ ਬਚਨ ਉਹ ਸਾਨੂੰ ਕੀ ਕਰਦੇ, ਉਹ ਸਾਨੂੰ ਕੀ ਸਮਝਾਉਂਦੇ, ਵਾਰ-ਵਾਰ ਸਾਨੂੰ ਉਹੀ ਕਹਿੰਦੇ ਵੀ ਜਿਹੜੀ ਕਾਰ ਸਾਨੂੰ ਗੁਰੂ ਕਹਿ ਰਿਹਾ ਉਹ ਕਰੋ। ਗੁਰ ਕਹੇ ਆਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਹੁਣ ਗੁਰੂ ਸਾਨੂੰ ਕਿਹੜੀ ਕਾਰੇ ਲਾਉਂਦੇ, ਉਹ ਕਹਿੰਦੇ ਸਿਮਰਨ ਕਰੋ। ਬਈ ਮਾਲਕ ਨੂੰ ਧਿਆਵੋ, ਉਹਨੂੰ ਅਰਾਧੋ, ਉਹਦਾ ਜਾਪ ਕਰੋ ਵੀ ਇਹ ਤੁਹਾਡਾ ਅਸਲ ਘਰ 'ਚ। ਰਾਮ ਸਿਮਰ ਇਹ ਤੇਰੇ ਕਾਜ ਹੈ। ਹੁਣ ਉਹਨਾਂ ਸੰਤਾਂ ਨੇ ਫਿਰ ਸਾਨੂੰ ਇਹੀਓ ਸਮਝਾਉਣਾ ਵੀ ਕਿਹੜਾ ਕਰਮ ਅਸੀਂ ਐਸਾ ਕਰੀਏ ਵੀ ਜਿਹੜਾ ਸਾਡਾ ਮਾਲਕ ਨਾਲ ਮਿਲਾਪ ਹੋ ਜੇ, ਸਾਡੇ ਕੀਤੇ ਹੋਏ ਕਰਮ ਸਾਰੇ ਸਫਲ ਹੋ ਜਾਣ। ਉਹ ਫਿਰ ਸਾਨੂੰ ਸਮਝਾਉਂਦੇ ਵੀ ਕਿੰਨਾਂ ਦੇ ਸਫਲ। ਮਾਰੇ ਕਹਿੰਦੇ ਪ੍ਰਵਾਨ ਗਣੀ ਸਈਏ ਆਏ ਸਫਲ ਤਿੰਨਾਂ ਕੇ ਕੰਮਾਂ। ਵੀ ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਇਹ ਸਿਮਰਨ ਕੀਤਾ, ਜਿਨ੍ਹਾਂ ਨੇ ਭਗਤੀ ਕੀਤੀ, ਉਹਨਾਂ ਦਾ ਆਉਣਾ ਸਫਲ ਹੋ ਗਿਆ ਇਸ ਸੰਸਾਰ 'ਚ। ਹੁਣ ਇੱਕ ਤਾਂ ਇਹ ਕਰਮ ਜਿਹੜੇ ਅਸੀਂ ਗੁਰੂ ਦੀ ਮੱਤ ਦੁਆਰਾ ਕਰਦੇ, ਸਾਨੂੰ ਪਰਮਾਤਮਾ ਦੇ ਨੇੜੇ ਲੈ ਆਉਂਦੇ। ਇੱਕ ਕਰਮ ਜਿਹੜੇ ਅਸੀਂ ਆਪਦੀ ਮੱਤ ਦੁਆਰਾ ਕਰਦੇ, ਉਹ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੇ। ਮਾਰੇ ਫਰਮਾਉਂਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਵੀ ਇਹ ਸਾਡੇ ਕਰਮਾਂ ਕਰਕੇ ਹੀ ਅਸੀਂ ਦੂਰ ਹਾਂ ਪਰਮਾਤਮਾ ਤੋਂ, ਅਤੇ ਐਸੇ ਕਿਹੜੇ ਕਰਮ ਕਰੀਏ ਅਸੀਂ ਨੇੜੇ ਆ ਜੀ। ਹੁਣ ਮਹਾਰਾਜ ਕਹਿੰਦੇ ਦੋਸ਼ ਕਿਸੇ ਹੋਰ ਦਾ ਨਹੀਂ, ਸਾਡੇ ਕਰਮਾਂ ਦਾ ਹੀ ਦੋਸ਼। ਕਿਉਂਕਿ ਇੱਕ ਤਾਂ ਸਾਡੀ ਕਰਨੀ ਆਪਦੀ ਮੱਤ ਦੁਆਰਾ, ਜਦੋਂ ਮੱਤ ਦੁਆਰਾ ਕਰਮ ਕਰਾਂਗੇ ਅਸੀਂ ਪਰਮਾਤਮਾ ਤੋਂ ਦੂਰ ਜਾਵਾਂਗੇ। ਤਾਂਹੀਓ ਮਹਾਰਾਜ ਕਹਿੰਦੇ ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ। ਵੀ ਅਸੀਂ ਹੋਰ ਨਹੀਂ ਕਿਸੇ ਨੂੰ ਦੋਸ਼ ਦੇ ਸਕਦੇ, ਦੋਸ਼ ਸਾਡੇ ਕਰਮਾਂ ਦਾ।
ਹੁਣ ਕਰਮ ਕੀ ਨੇ? ਇੱਕ ਤਾਂ ਜੀਵ ਕਹਿੰਦਾ ਵੀ ਕਰਮ ਮਾੜੇ, ਵੀ ਪਿਛਲੇ ਮੇਰੇ ਕਰਮ ਮਾੜੇ ਨੇ। ਪਿਛਲੇ ਨਹੀਂ, ਆਹ ਜਿਹੜੇ ਹੁਣ ਅਸੀਂ ਕਰਮ ਕਰਦੇ ਹਾਂ ਇਹਨਾਂ ਕਰਮਾਂ 'ਚ। ਜਿਵੇਂ ਹੁਣ ਜੀਵ ਐਸੇ ਕਰਮ ਕਰਦਾ ਵੀ ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਨਾਲ ਦੁਵਿਧਾ ਕਰ ਲਈ, ਕਿਸੇ ਨਾਲ ਵੈਰ ਵਿਰੋਧ ਕਰ ਲਿਆ, ਕਿਸੇ ਨਾਲ ਈਰਖਾ ਕਰ ਲਈ, ਨਫ਼ਰਤ ਕਰ ਲਈ, ਕਿਸੇ ਦੇ ਔਗਣ ਫਰੋਲ ਲਏ, ਔਗਣਾਂ ਦੀ ਸਾਂਝ ਪਾ ਲਈ। ਇਹ ਕਰਮ ਸਾਨੂੰ ਰੱਬ ਤੋਂ ਦੂਰ ਲੈ ਕੇ ਜਾਂਦੇ। ਹੁਣ ਇਹ ਗਿਆਨ ਸਤਿਗੁਰੂ ਜੋ ਸਾਨੂੰ ਦਿੰਦੇ, ਇਹ ਗਿਆਨ ਦੁਆਰਾ ਅਸੀਂ ਮਨ ਨੂੰ ਰੋਕਣਾ ਹੁੰਦਾ। ਜਿਵੇਂ ਕੋਈ ਕਿਸੇ ਦੀ ਨਿੰਦਿਆ ਕਰਨ ਲੱਗਿਆ ਆਪਣੇ ਕੋਲ, ਇਹ ਆਪਣੇ ਅੱਗੇ ਗਿਆਨ ਆ ਜੇ ਵੀ ਜੇ ਅਸੀਂ ਆਹ ਕੰਮ ਕੀਤਾ ਤੇ ਅਸੀਂ ਰੱਬ ਤੋਂ ਦੂਰ ਚਲੇ ਜਾਣਾ। ਹੋਰ ਇਹ ਕਰਮ ਨੇ ਸਾਨੂੰ ਪਰਮਾਤਮਾ ਤੋਂ ਦੂਰ ਲੈ ਜਾਣਾ, ਦੂਰ ਵੀ ਲੈ ਕੇ ਜਾਣਾ, ਤੇ ਇਹ ਕਰਮ ਨੇ ਸਾਨੂੰ ਸਜ਼ਾ ਵੀ ਦਿਵਾਉਣੀ। ਸਾਡੇ ਜੇ ਅੱਗੇ ਗਿਆਨ ਆ ਜੇ ਸਾਡਾ ਮਨ ਰੁਕ ਜਾਂਦਾ। ਇਹਨੂੰ ਹੀ ਮਹਾਰਾਜ ਗੁਰਬਾਣੀ ਗੁਰੂ ਦੁਆਰਾ ਸਮਝਾਉਂਦੇ, ਕਹਿੰਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਬਈ ਜੇ ਅਸੀਂ ਗਿਆਨ ਦੁਆਰਾ ਇਹਨੂੰ ਬੰਨ੍ਹ ਦਾਂਗੇ ਤੇ ਰੁਕ ਜੇਗਾ। ਜਦੋਂ ਇਹ ਰੁਕ ਜੇਗਾ ਸਾਡੇ ਅੱਗੇ ਗਿਆਨ ਆ ਜਾਏਗਾ ਵੀ ਜਿਹੜਾ ਜੀਵ ਇਹ ਨਿੰਦਿਆ ਕਰਦਾ ਇਹਨੂੰ ਆਪ ਨੂੰ ਤਾਂ ਇਹਦੀ ਸਜ਼ਾ ਮਿਲਣੀ, ਇਹਦਾ ਮੂੰਹ ਕਾਲਾ ਹੋਣਾ, ਇਹਨੂੰ ਨਰਕਾਂ ਸੁੱਟਿਆ ਜਾਣਾ। ਨਾਲ ਅਸੀਂ ਨਾ ਭਾਗੀਦਾਰ ਬਣ ਜਾਈਏ, ਤੇ ਇਸ ਕਰਕੇ ਆਪਾਂ ਮਨ ਨੂੰ ਰੋਕ ਲੈਣਾ ਵੀ ਆਪਾਂ ਨਹੀਂ ਨਿੰਦਿਆ ਕਰਨੀ, ਨਾ ਅਸੀਂ ਸੁਣਨੀ, ਅਸੀਂ ਧਿਆਨ ਬਦਲ ਲੈਣਾ। ਮਹਾਰਾਜ ਇਸ ਲਈ ਫਰਮਾਉਂਦੇ, ਨਿੰਦਾ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦ ਕਾ ਨਰਕੇ ਘੋਰ ਪਵਨ। ਹੁਣ ਇਹ ਕਰਮ ਸਾਨੂੰ ਰੱਬ ਤੋਂ ਦੂਰ ਲੈ ਕੇ ਜਾਂਦੇ। ਹੁਣ ਜੇ ਅਸੀਂ ਨਿੰਦਿਆ ਕਿਸੇ ਦੀ ਕਰਦੇ ਹਾਂ ਜਾਂ ਸੁਣਦੇ ਹਾਂ, ਇਹਨੇ ਸਾਨੂੰ ਰੱਬ ਤੋਂ ਦੂਰ ਲੈ ਜਾਣਾ। ਜੇ ਅਸੀਂ ਕਿਸੇ ਨਾਲ ਦੁਵਿਧਾ ਕਰਾਂਗੇ, ਇਹ ਕਰਮ ਸਾਨੂੰ ਰੱਬ ਤੋਂ ਦੂਰ ਲੈ ਜਾਂਦੇ। ਹੁਣ ਦੁਵਿਧਾ ਹੈ ਜਿਹੜੀ, ਜਿਹੜਾ ਵੀ ਜੀਵ ਕਿਸੇ ਨਾਲ ਕਰਦਾ ਉਹਨੂੰ ਸਜ਼ਾ ਮਿਲਦੀ ਧਰਮ ਰਾਏ 'ਚ। ਮਹਾਰਾਜ ਫਰਮਾਉਂਦੇ, ਜਿਸ ਨਰ ਕੀ ਦੁਵਿਧਾ ਨਾ ਜਾਏ, ਧਰਮ ਰਾਏ ਤਿਸ ਦੇਸ ਸਜਾਏ। ਹੁਣ ਆਪਾਂ ਨੂੰ ਗਿਆਨ ਆ ਗਿਆ ਅੱਗੇ ਬਈ ਅਸੀਂ ਕਿਸੇ ਨਾਲ ਦੁਵਿਧਾ ਨਹੀਂ ਕਰਨੀ, ਜੇ ਕਰਾਂਗੇ ਸਾਨੂੰ ਸਜ਼ਾ ਮਿਲੇਗੀ। ਹੁਣ ਆਪਾਂ ਨਹੀਂ ਚਾਹੁੰਦੇ ਸਜ਼ਾ ਲੈਣ। ਇਹ ਰਾਬਾ ਐਸਾ ਕਰਮ ਕਰਨਾ ਹੀ ਨਹੀਂ ਵੀ ਜਿਹਦੇ ਕਰਕੇ ਸਾਨੂੰ ਸਜ਼ਾ ਮਿਲੇ। ਨਾ ਅਸੀਂ ਨਿੰਦਿਆ ਕਰੀਏ, ਨਾ ਅਸੀਂ ਦੁਵਿਧਾ ਕਰੀਏ। ਫਿਰ ਮਹਾਰਾਜ ਕਹਿੰਦੇ ਵੀ ਹਉਮੈ ਜਿਹੜੀ, ਇਹ ਹਉਮੈ ਤੋਂ ਰਹਿਤ ਹੋਣਾ, ਕਿ ਹਉਮੈ ਤੇ ਨਾਮ ਦਾ ਵਿਰੋਧ ਹੈ ਆਪਸ ਵਿੱਚ। ਇਹ ਦੋਵੇਂ ਇਕੱਠੇ ਇੱਕ ਥਾਂ 'ਤੇ ਨਹੀਂ ਰਹਿੰਦੇ। ਜੇ ਸਾਡੇ ਅੰਦਰ ਹਉਮੈ ਹੋਏਗੀ ਤੇ ਸਾਡੇ ਅੰਦਰ ਨਾਮ ਨਹੀਂ ਵਸੇ। ਮਹਾਰਾਜ ਫਰਮਾਉਂਦੇ, ਹਉਮੈ ਨਾਮੇ ਨਾਲ ਵਿਰੋਧ ਹੈ, ਦੋਈ ਨਾ ਵਸੇ ਇੱਕ ਠਾਈ। ਵੀ ਇਹ ਦੋਵੇਂ ਇੱਕ ਥਾਂ 'ਤੇ ਇਕੱਠੇ ਨਹੀਂ ਰਹਿੰਦੇ। ਤਾਂ ਕਰਕੇ ਅਸੀਂ ਮਨ ਨੂੰ ਹਉਮੈ ਤੋਂ ਰਹਿਤ ਕਰਨਾ, ਤਾਂ ਕਿ ਸਾਡੇ ਅੰਦਰ ਨਾਮ ਵਸ ਜੇ। ਇਹ ਮਹਾਰਾਜ ਕਹਿੰਦੇ ਲੋਕ ਲੱਜਾ ਤੋਂ ਉੱਪਰ ਉੱਠਣਾ। ਲੋਕ ਲੱਜਾ 'ਚ ਕੀ ਹੁੰਦਾ ਵੀ ਜੇ ਅਸੀਂ ਸਿਮਰਨ ਕਰਾਂਗੇ ਤੇ ਲੋਕ ਕੀ ਕਹਿਣਗੇ, ਜੇ ਅਸੀਂ ਸੰਗਤ ਕਰਦੇ ਹਾਂ ਤੇ ਲੋਕ ਕੀ ਕਹਿਣਗੇ, ਜੇ ਅਸੀਂ ਕਿਸੇ ਕੋਲ ਗੁਰਬਾਣੀ ਗੁਰੂ ਦੀ ਗੱਲ ਕਰਾਂਗੇ ਤੇ ਲੋਕ ਕੀ ਸੋਚਣਗੇ। ਇਹਨੂੰ ਲੋਕ ਲੱਜਾ ਕਹਿੰਦੇ। ਮਹਾਰਾਜ ਕਹਿੰਦੇ ਲਾਜ ਤਾਂ ਉਹਨਾਂ ਨੂੰ ਆਉਣੀ ਚਾਹੀਦੀ ਜਿਹੜੇ ਇਹ ਵਿਚਾਰ ਕਰਦੇ ਨਹੀਂ ਗੁਰਬਾਣੀ 'ਚ। ਲਾਜ ਤਾਂ ਉਹਨਾਂ ਨੂੰ ਆਉਣੀ ਚਾਹੀਦੀ ਜਿਹੜੇ ਸਿਮਰਨ ਨਹੀਂ ਕਰਦੇ, ਜਿਹੜੇ ਸਤ ਸੰਗਤ ਨਹੀਂ ਕਰਦੇ। ਉਹਨਾਂ ਨੂੰ ਤਾਂ ਲਾਜ ਨਾਲ ਮਰਨਾ ਚਾਹੀਦਾ। ਹੁਣ ਆਪਾਂ ਨੂੰ ਕਹਿੰਦੇ ਲਾਜ ਤਾਂ ਉਹਨਾਂ ਨੂੰ ਆਉਣੀ ਚਾਹੀਦੀ। ਜਦੋਂ ਉਹਨਾਂ ਨੂੰ ਨਹੀਂ ਲੱਜਾ ਆਉਂਦੀ ਤੇ ਸਾਨੂੰ ਕਾਹਦੀ ਲੱਜਾ ਵੀ ਅਸੀਂ ਉਹਨਾਂ ਦੀ ਕਾਹਦੀ ਲਾਜ ਕਰਨੀ। ਅਸੀਂ ਤਾਂ ਹੁਣ ਗੁਰਬਾਣੀ ਗੁਰੂ ਦਾ ਆਖਾ ਮੰਨੀਏ ਕਿ ਉਹਨਾਂ ਦੀ ਲਾਜ ਮੰਨੀਏ ਵੀ ਉਹ ਕੀ ਸੋਚਣਗੇ। ਮਹਾਰਾਜ ਤਾਂ ਫਿਰ ਉਹਨਾਂ ਨੂੰ ਸਪਸ਼ਟ ਕਹਿੰਦੇ ਲਾਜ ਮਰੇ ਜੋ ਨਾਮ ਨਾ ਲੇਵੇ, ਨਾਮ ਵੇ ਹੁਣ ਸੁਖੀ ਕਿਉਂ ਸੋਵੇ। ਬਈ ਲੱਜਾ ਤਾਂ ਉਹਨਾਂ ਨੂੰ ਆਉਣੀ ਚਾਹੀਦੀ, ਲਾਜ ਨਾਲ ਤਾਂ ਉਹਨਾਂ ਨੂੰ ਮਰਨਾ ਚਾਹੀਦਾ ਜਿਹੜੇ ਸਿਮਰਨ ਕਰਦੇ ਨਹੀਂ, ਜਿਹੜੇ ਸੰਗਤ ਦੇ ਵਿੱਚ ਹੀ ਨਹੀਂ ਆਉਂਦੇ। ਜੇ ਉਹ ਆਖਣ ਬਈ ਹੁਣ ਅਸੀਂ ਸਿਮਰਨ ਤੋਂ ਬਿਨਾਂ ਸੁਖੀ ਹੋ ਜਾਵਾਂਗੇ, ਮਹਾਰਾਜ ਕਹਿੰਦੇ ਉਹ ਸੁਖੀ ਹੋਣਗੇ ਕਿਵੇਂ। ਕਿਉਂਕਿ ਜਿਹੜਾ ਕਰਮ ਕਰਕੇ ਅਸੀਂ ਸੁਖੀ ਹੋਣਾ ਉਹ ਕਰਮ ਤਾਂ ਕਰ ਹੀ ਨਹੀਂ ਰਹੇ। ਫਿਰ ਕਿਵੇਂ ਸੁਖੀ ਹੋਣਗੇ? ਉਹ ਤਾਂ ਦੁਖੀ ਹੀ ਹੋਣਗੇ, ਉਹ ਤਾਂ ਹੋਰ ਦੁੱਖ ਪੈਦਾ ਕਰਨਗੇ।
ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਵੀ ਲਾਜ ਉਹਨਾਂ ਨੂੰ ਆਉਣੀ ਚਾਹੀਦੀ ਜਿਹੜੇ ਜੀਵਨ ਨਹੀਂ ਸਿਮਰਨ ਕਰਦੇ। ਤੇ ਆਪਾਂ ਨੂੰ ਕਹਿੰਦੇ ਵੀ ਆਪਾਂ ਨੂੰ ਕਾਹਦੀ ਲੋਕ ਲੱਜਾ, ਆਪਾਂ ਤਾਂ ਇਹ ਤੋਂ ਉੱਪਰ ਉੱਠਣਾ। ਇਹ ਸਤਿਗੁਰੂ ਕਹਿੰਦੇ ਲਾਜ ਤਾਂ ਉਹਨੂੰ ਹੈ ਜਿਹੜਾ ਸਿਮਰਨ ਨਹੀਂ ਕਰਦਾ। ਤਾਈਓ ਫਿਰ ਉਹਨੂੰ ਕਹਿੰਦੇ ਆ ਭਾਗਾ, ਭਾਗਾਂ ਤੋਂ ਹੀਣਾ। ਵੀ ਇਹ ਅਭਾਗੇ ਜੀਵ, ਵੀ ਤੈਨੂੰ ਲਾਜ ਨਹੀਂ ਆਉਂਦੀ, ਵੀ ਤੂੰ ਹੁਣ ਸਿਮਰਨ ਕਿਉਂ ਨਹੀਂ ਕਰਦਾ। ਜੇ ਤੂੰ ਸਿਮਰਨ ਕਰੇ ਤੇ ਤੂੰ ਸੁਖੀ ਹੋ ਜੇ ਤੇ ਤੇਰੇ ਸਾਰੇ ਦੁੱਖ ਦਰਦ ਜਿਹੜੇ ਉਹ ਖਤਮ ਹੋ ਜਾਣ। ਮਹਾਰਾਜ ਫਰਮਾਉਂਦੇ ਭਾਗੇ ਤੇ ਲਾਜ ਨਹੀਂ, ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ। ਬਈ ਲਾਜ ਤਾਂ ਉਹਨਾਂ ਨੂੰ ਆਉਣੀ ਚਾਹੀਦੀ ਬਈ ਜਿਹੜੇ ਕਹਿੰਦੇ ਵੀ ਇਹ ਸਰੀਰ ਮੇਰਾ, ਇਹ ਘਰ-ਬਾਰ ਮੇਰਾ। ਮਹਾਰਾਜ ਕਹਿੰਦੇ ਉਹਨਾਂ ਨੂੰ ਤਾਂ ਲਾਜ ਨਾਲ ਮਰਨਾ ਚਾਹੀਦਾ ਜਿਹੜੇ ਮੇਰੀ ਕਰਦੇ ਫਿਰਦੇ। ਸਤਿਗੁਰੂ ਉਹਨਾਂ ਵਰਤਾਏ ਕਹਿੰਦੇ ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਵਾਰ ਨਾਹੀ ਕਛ ਤੇਰਾ। ਵੀ ਤੁਹਾਨੂੰ ਲਾਜ ਕਿਉਂ ਨਹੀਂ ਆਉਂਦੀ, ਸ਼ਰਮ ਨਹੀਂ ਆਉਂਦੀ? ਤੁਸੀਂ ਕਹਿੰਦੇ ਹੋ ਮੇਰਾ ਹੈ, ਜੇ ਤੁਹਾਡਾ ਹੈ ਤੇ ਅੰਤ ਸਮੇਂ ਤੁਸੀਂ ਇਹਨੂੰ ਨਾਲ ਕਿਉਂ ਨਹੀਂ ਲੈ ਕੇ ਜਾਂਦੇ? ਨਾਲ ਤਾਂ ਤੁਹਾਡੇ ਜਾਂਦਾ ਨਹੀਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਤਾਂ ਸਤਿਗੁਰੂ ਕਹਿੰਦੇ ਵੀ ਅਸੀਂ ਲਾਜ ਨਹੀਂ ਕਰਨੀ, ਅਸੀਂ ਤਾਂ ਇਹਨਾਂ ਤੋਂ ਉੱਪਰ ਉੱਠਣਾ ਲੋਕ ਲੱਜਾ 'ਚ। ਵੀ ਲਾਜ ਤਾਂ ਮਨ ਮੁੱਖਾਂ ਨੂੰ ਆਉਣੀ ਚਾਹੀਦੀ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਵੀ ਜਿਸ ਮਕਸਦ ਵਾਸਤੇ ਸਾਨੂੰ ਜੀਵਨ ਮਿਲੇ ਹੈ ਵੀ ਉਹਦਾ ਅਸੀਂ ਕਰਦੇ ਹੀ ਨਹੀਂ, ਸਿਮਰਨ ਕਰਦੇ ਨਹੀਂ, ਨਾ ਸੰਗਤ ਕਰਦੇ ਨਹੀਂ। ਇਹ ਆਪਾਂ ਨੂੰ ਕਹਿੰਦੇ ਵੀ ਆਪਾਂ ਇਹ ਲੋਕ ਲੱਜਾ ਤੋਂ ਉੱਪਰ ਉੱਠਣਾ, ਲੋਕ ਲੱਜਾ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਗੁਣ ਗਾਉਣੇ, ਮਾਲਕ ਦੀ ਵਿਚਾਰ ਕਰਨੀ, ਉਹਦਾ ਸਿਮਰਨ ਕਰਨਾ, ਉਹਦੀ ਭਗਤੀ ਕਰਨੀ। ਹੁਣ ਇਸ ਲਈ ਫਿਰ ਆਪਾਂ ਨੂੰ ਕਹਿੰਦੇ ਜਦੋਂ ਅਸੀਂ ਇਹ ਨਾਲ ਇਹ ਪਰਹੇਜ਼ ਰੱਖਾਂਗੇ, ਰਹਿਤਾਂ ਰੱਖਾਂਗੇ ਤੇ ਉਹ ਕਰਮ ਛੱਡਾਂਗੇ ਜਿਹੜੇ ਅਸੀਂ ਆਪਦੀ ਮੱਤ ਦੁਆਰਾ ਕਰਦੇ। ਕਿਉਂਕਿ ਪਹਿਲਾਂ ਅਸੀਂ ਕਰਦੇ ਹੀ ਇਹ, ਪਹਿਲਾਂ ਅਸੀਂ ਲੋਕ ਲੱਜਾ ਵੀ ਮੰਨਦੇ ਹਾਂ, ਹਉਮੈ ਵੀ ਹੁੰਦੀ ਸਾਡੇ ਅੰਦਰ, ਦੁਬਦਾ ਵੀ ਕਰਦੇ ਹਾਂ, ਨਿੰਦਿਆ ਵੀ ਕਰਦੇ ਹਾਂ, ਚੁਗਲੀ ਵੀ ਕਰਦੇ ਹਾਂ। ਮਹਾਰਾਜ ਕਹਿੰਦੇ ਵੀ ਜਿਹੜਾ ਜੀਵ ਫਿਰ ਇਹ ਨਿੰਦਿਆ ਚੁਗਲੀ ਕਰਦਾ ਉਹਦਾ ਕੀਤਾ ਕਰਾਇਆ ਸਭ ਚਲਾ ਜਾਂਦਾ ਵਿਅਰਥ। ਸਤਿਗੁਰੂ ਕਹਿੰਦੇ ਜਿਸ ਅੰਤਰ ਚੁਗਲੀ ਚੁਗਲੋ ਵੱਜੇ ਕਰ ਕੀਤਾ ਕਰਦੇ ਤਿਸ ਦਾ ਸਭ ਗਿਆ। ਚੁਗਲੀ ਕਰੇ ਅਣਹੁੰਦੀ ਪਰਾਈ, ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਪਿਆ। ਵੀ ਜਿਹੜਾ ਦੂਸਰੇ ਦੀ ਚੁਗਲੀ ਕਰਦਾ, ਦੂਸਰੇ ਦੀ ਨਿੰਦਿਆ ਕਰਦਾ, ਉਹਦਾ ਕੀਤਾ ਹੋਇਆ ਸਾਰਾ ਕੁਛ ਹੀ ਆ ਪੁੰਨ ਦਾਨ। ਜਿਵੇਂ ਸੰਸਾਰ 'ਚ ਜੀਵ ਕਰਤ ਤੀਰਥਾਂ 'ਤੇ ਜਾਂਦਾ, ਵਰਤ ਰੱਖਦਾ, ਲੰਗਰ ਲਾਉਂਦਾ, ਮਹਾਰਾਜ ਕਹਿੰਦੇ ਜਿਹਦੇ ਅੰਦਰ ਇਹ ਚੀਜ਼ ਦਾ ਹੰਕਾਰ ਆ ਗਿਆ, ਹਉਮੈ ਗਮਾਨ ਹੈ ਅੰਦਰ, ਵੀ ਉਹਦਾ ਇਹ ਸਾਰਾ ਕੁਛ ਕੀਤਾ ਹੋਇਆ ਇਸ ਤਰ੍ਹਾਂ ਵੀ ਜਿਵੇਂ ਹਾਥੀ ਉਹ ਪਾਣੀ 'ਚ ਜਾਂਦਾ, ਇਸ਼ਨਾਨ ਕਰਦਾ ਤੇ ਜਦੋਂ ਬਾਹਰ ਨਿਕਲਦਾ ਆਪਦੇ ਉੱਤੇ ਫਿਰ ਚਿੱਕੜ ਪਾ ਲੈਂਦਾ। ਉਹਦਾ ਕੀਤਾ ਹੋਇਆ ਇਸ਼ਨਾਨ ਵਿਅਰਥ ਹੀ ਚਲਾ ਗਿਆ, ਕਿਉਂਕਿ ਉਹਨੇ ਆਪਦੇ ਉੱਤੇ ਫਿਰ ਸੁੰਡ ਭਰੀ ਤੇ ਫਿਰ ਚਿੱਕੜ ਆਪਦੇ ਉੱਤੇ ਪਾ ਲਈ। ਹੁਣ ਇਸੇ ਤਰ੍ਹਾਂ ਹੀ ਇਹ ਸਾਰਾ ਕੁਛ ਕੀਤਾ ਹੋਇਆ ਮਨਮੁਖ। ਮਹਾਰਾਜ ਕਹਿੰਦੇ ਤੀਰਥ ਵਰਤ ਔਰ ਨੇਮ ਕਰ ਮਨ ਮੇ ਧਰੇ ਗਮਾਨ, ਨਾਨਕ ਨੇ ਫਲ ਜਾਤ ਹੈ ਜਿਉਂ ਕੂੰਚਰ ਇਸ਼ਨਾਨ। ਬਈ ਜਿਵੇਂ ਸੰਸਾਰੀ ਜੀਵ ਕਹਿੰਦੇ ਨਾ ਮੈਂ ਤਾਂ ਬੜਾ ਪੁੰਨ ਦਾਨ ਕਰਦਾ ਜੀ, ਮੈਂ ਤਾਂ ਬਹੁਤ ਗੁਰੂ ਘਰ ਜਾਂਦਾ, ਉੱਥੇ ਬਹੁਤ ਸੇਵਾ ਕਰਦਾ, ਮੇਰੇ ਵਰਗਾ ਕੌਣ ਹੈ? ਜਾਣੀ ਦੇ ਅੰਦਰ ਗਮਾਨ ਹੈ, ਅੰਦਰ ਹਉਮੈ। ਤੇ ਮਹਾਰਾਜ ਕਹਿੰਦੇ ਤੇਰਾ ਕੀਤਾ ਹੋਇਆ ਸਾਰਾ ਵਿਅਰਥ ਚਲਾ ਜਾਣਾ। ਇਹ ਆ ਕੇ ਜਿਹੜੀ ਚੀਜ਼ ਨੂੰ ਛੱਡਣਾ ਸੀ ਉਹ ਤਾਂ ਤੂੰ ਅੰਦਰ ਭਰੀ ਫਿਰਦਾ ਉੱਥੇ। ਵੀ ਇਹ ਸਾਰਾ ਕੁਛ ਕਰਕੇ ਅਸੀਂ ਗੁਰੂ ਘਰ ਜਾ ਕੇ ਸਿਮਰਨ ਕਰਕੇ, ਸੇਵਾ ਕਰਕੇ, ਗੁਰਬਾਣੀ ਗੁਰੂ ਨੂੰ ਪੜ੍ਹ ਕੇ, ਵਿਚਾਰ ਕੇ ਅਸੀਂ ਇਹ ਤਾਂ ਸਾਰਾ ਕੁਛ ਛੱਡਣਾ ਸੀ, ਅੰਦਰੋਂ ਕੱਢਣਾ ਸੀ ਬਾਹਰ। ਜੇ ਹੁਣ ਇਹ ਤਾਂ ਸਾਡਾ ਅੰਦਰੋਂ ਸਾਰਾ ਕੁਛ ਨਿਕਲਿਆ ਨਾ, ਬੈਰ ਵਿਰੋਧ ਅੰਦਰੋਂ ਗਿਆ ਕੋਈ ਨਹੀਂ, ਈਰਖਾ ਨਫ਼ਰਤ ਗਈ ਕੋਈ ਨਹੀਂ, ਗਮਾਨ ਅੰਦਰ ਉਵੇਂ ਹੀ ਮੌਜੂਦ ਸੀ, ਪਰਾਈ ਨਿੰਦਿਆ ਅਸੀਂ ਮੁੱਖ ਤੋਂ ਛੱਡੀ ਕੋਈ ਨਹੀਂ। ਤੇ ਸਤਿਗੁਰੂ ਕਹਿੰਦੇ ਤੁਹਾਡੀ ਕੀਤੀ ਹੋਈ ਸੇਵਾ ਤਾਂ ਸਾਰੀ ਨਿਫਲ ਹੀ ਚਲੀ ਗਈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਆਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ।
ਵੀ ਤੇਰੀ ਕੀਤੀ ਹੋਈ ਸੇਵਾ ਤਾਂ ਸਾਰੀ ਨਿਫਲ ਹੀ ਹੋ ਗਈ, ਤੈਨੂੰ ਉਹਦਾ ਫਲ ਤਾਂ ਮਿਲਿਆ ਹੀ ਨਾ। ਫਲ ਕੀ ਸੀ? ਸਾਡਾ ਮਨ ਸ਼ੁੱਧ ਹੋ ਜਾਂਦਾ। ਫਲ ਤਾਂ ਇਹ ਸੀ ਵੀ ਸਾਡਾ ਮਨ ਨਿਰਮਲ ਹੋ ਜਾਂਦਾ, ਸਾਡੇ ਅੰਦਰੋਂ ਮੈਲ ਉਤਰ ਜਾਂਦੀ। ਉਹ ਮੈਲ ਤਾਂ ਉਤਰੀ ਹੋਈ ਨਾ, ਉਹ ਅੰਦਰੋਂ ਵੈਰ ਵਿਰੋਧ ਈਰਖਾ ਨਫ਼ਰਤ ਤਾਂ ਗਈ ਨਾ, ਉਹ ਸਾਰਾ ਕੁਛ ਤਾਂ ਉਵੇਂ ਹੀ ਆ। ਅਤੇ ਫਿਰ ਸਾਨੂੰ ਲਾਹਾ ਕੀ ਹੋਇਆ, ਸਾਨੂੰ ਫਾਇਦਾ ਕੀ ਹੋਇਆ? ਹੁਣ ਤਾਂ ਮਹਾਰਾਜ ਕਹਿੰਦੇ ਵੀ ਇੱਕ ਹੁੰਦਾ ਗੁਰੂ ਦੀ ਮੱਤ ਲੈ ਕੇ ਕਰਨਾ, ਇੱਕ ਹੁੰਦਾ ਆਪਦੀ ਮੱਤ ਦੁਬਾਰਾ ਕਰੀ ਜਾਣਾ। ਹੁਣ ਇਹ ਆਪਦੀ ਮੱਤ ਦੁਬਾਰਾ ਜੀਵ ਕਿੰਨਾ ਵੀ ਕਰੀ ਜਾਵੇ, ਉਹਦਾ ਮਨ ਨਹੀਂ ਸ਼ੁੱਧ ਹੁੰਦਾ, ਉਹਦਾ ਮਨ ਨਹੀਂ ਧੋਤਾ ਜਾਂਦਾ। ਕਿਉਂਕਿ ਜਦ ਤੱਕ ਸਾਨੂੰ ਸਾਧ ਸੰਗਤ ਨਹੀਂ ਮਿਲਦੀ, ਸਾਨੂੰ ਐਸੇ ਗੁਰਮੁਖ ਨਹੀਂ ਮਿਲਦੀ। ਕਿਉਂਕਿ ਉਹਨਾਂ ਗੁਰਮੁਖਾਂ ਨੇ ਸਾਨੂੰ ਦੱਸਣਾ ਬਈ ਅਸੀਂ ਸੇਵਾ ਕਿਵੇਂ ਕਰਨੀ, ਨਾਲ ਨਾਲ ਅਸੀਂ ਸਿਮਰਨ ਕਰਨਾ, ਨਾਲ ਨਾਲ ਅਸੀਂ ਸੇਵਾ ਕਰਨੀ, ਆ ਕੇ ਸਾਡਾ ਮਨ ਜਿਹੜਾ ਉਹ ਸ਼ੁੱਧ ਹੋ ਸਕੇ, ਸਾਡਾ ਮਨ ਧੋਤਾ ਜਾ ਸਕੇ। ਹੁਣ ਜਿਹੜਾ ਜੀਵ ਸਤ ਸੰਗਤ ਨਹੀਂ ਕਰਦਾ, ਜਿਹਨੇ ਨਹੀਂ ਗੁਰੂ ਦੀ ਮੱਤ ਲਈ, ਉਹ ਸੇਵਾ ਵੀ ਕਰਦਾ। ਜਦੋਂ ਸੇਵਾ ਕਰਦਾ ਉਹ ਕੀ ਕਰਦਾ? ਉਹ ਨਾਲ ਸਿਮਰਨ ਨਹੀਂ ਕਰਦਾ, ਉਹ ਨਾਲ ਉਹ ਸੰਸਾਰ ਦੀਆਂ ਗੱਲਾਂ ਕਰੀ ਜਾਂਦਾ। ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੀਆਂ ਚੁਗਲੀਆਂ ਕਰ ਲਈਆਂ, ਕਿਸੇ ਦੀ ਬੁਰਾਈ ਕਰ ਲਈ। ਉਹ ਅਸੀਂ ਸੇਵਾ ਕਰਦੇ ਵੀ ਪਾਪ ਕਰੀ ਜਾਂਦੇ ਹਾਂ। ਦੱਸੋ, ਆਪਦੇ ਜਾਣੇ ਤਾਂ ਜੀਵ ਕਹਿੰਦਾ ਵੀ ਮੈਂ ਗੁਰੂ ਘਰ ਚੱਲਿਆ ਸੇਵਾ ਕਰਨ। ਉਹ ਸੇਵਾ ਕਰਕੇ ਸਾਨੂੰ ਉਹਦਾ ਫਲ ਤਾਂ ਕੀ ਮਿਲਣਾ ਸੀ? ਉਹ ਅਸੀਂ ਹੋਰ ਪਾਪਾਂ ਦੇ ਭਾਗੀ ਬਣ ਕੇ, ਉਹ ਮੈਲ ਤਾਂ ਸਾਡੇ ਮਨ 'ਤੇ ਹੋਰ ਚੜ੍ਹ ਗਈ ਹੋਰ। ਹੁਣ ਇਸੇ ਤਰ੍ਹਾਂ ਹੀ ਫਿਰ ਜੀਵ ਜਦੋਂ ਨਹੀਂ ਗੁਰੂ ਦੀ ਮੱਤ ਲੈਂਦਾ, ਤਾਂ ਕਰਕੇ ਫਿਰ ਉਹਦਾ ਮਨ ਨਹੀਂ ਧੋਤਾ ਜਾਂਦਾ। ਕਿਉਂਕਿ ਉਹ ਮੈਲ ਲਾਉਣ ਦੀ ਬਜਾਏ ਉੱਥੋਂ ਹੋਰ ਦੂਣੀ ਲਾ ਕੇ ਆ ਜਾਂਦਾ। ਇਸੇ ਤਰ੍ਹਾਂ ਹੀ ਜੀਵ ਤੀਰਥਾਂ 'ਤੇ ਜਾਂਦੇ, ਘਰੋਂ ਕਹਿੰਦੇ ਵੀ ਅਸੀਂ ਤੀਰਥ 'ਤੇ ਚੱਲੇ ਹਾਂ ਦਰਸ਼ਨ ਕਰਨ ਵਾਸਤੇ। ਹੁਣ ਜਦੋਂ ਜਾਂਦੇ ਤੇ ਜਾਂਦੇ ਹੋਏ ਵੀ ਇੱਕ ਦੂਸਰੇ ਨਾਲ ਲੜਦੇ ਜਾਂਦੇ, ਛੋਟੀ ਛੋਟੀ ਗੱਲ ਤੋਂ ਲੜੀ ਜਾਂਦੇ, ਝਗੜੀ ਜਾਂਦੇ। ਜਦੋਂ ਉੱਥੇ ਜਾਂਦੇ ਉੱਥੇ ਵੀ ਝਗੜਾ ਕਰਦੇ ਅਤੇ ਵਾਪਸ ਫਿਰ ਝਗੜਾ ਕਰਦੇ, ਫਿਰ ਵਾਪਸ ਆ ਜਾਂਦੇ। ਹੁਣ ਉਹ ਅਸੀਂ ਆਖੀਏ ਵੀ ਅਸੀਂ ਤੀਰਥ 'ਤੇ ਗਏ ਸੀ ਅਤੇ ਉਹ ਅਸੀਂ ਮੈਲ ਲਾ ਕੇ ਥੋੜ੍ਹੀ ਆਏ, ਉਹ ਤਾਂ ਅਸੀਂ ਹੋਰ ਉੱਥੋਂ ਲਵਾ ਕੇ ਆ ਗਏ ਵਾਪਸ। ਤਾਂਹੀਓ ਮਹਾਰਾਜ ਕਹਿੰਦੇ ਵੀ ਇਹ ਕਲਯੁਗ ਦੇ ਸਮੇਂ ਵਿੱਚ ਜੀਵ ਆਪਦੀ ਮੱਤ ਦੁਬਾਰਾ ਚਾਹੇ ਕਰੋੜਾਂ ਵਾਰ ਤੀਰਥਾਂ 'ਤੇ ਜਾਇਆ ਵੇ ਅਤੇ ਕਰੋੜਾਂ ਵਾਰ ਇਸ਼ਨਾਨ ਕਰਿਆ ਵੀ, ਉਹਦੀ ਮੈਲ ਉਤਰਨ ਦੀ ਬਜਾਏ ਉੱਥੋਂ ਹੋਰ ਦੂਣੀ ਲਵਾ ਕੇ ਆ ਜਾਂਦਾ। ਸਤਿਗੁਰੂ ਫਰਮਾਉਂਦੇ ਵੀ ਕਿਵੇਂ ਮੈਲ ਲਵਾਉਂਦਾ? ਕਹਿੰਦੇ ਕੋਟ ਮੱਜਨ ਤੀਰਥ ਇਸ਼ਨਾਨਾ ਇਸ ਕਲਮੇ ਮੈਲ ਭਰੀ 'ਚ। ਵੀ ਇਹ ਕਲਯੁਗ ਦੇ ਵਿੱਚ ਤਾਂ ਹੋਰ ਮੈਲ ਭਰ ਜਾਂਦੀ, ਇਹਦੇ 'ਤੇ ਹੋਰ ਮੈਲ ਲਵਾ ਲੈਂਦਾ ਉੱਥੇ। ਹੁਣ ਮਹਾਰਾਜ ਕਹਿੰਦੇ ਨਿਰਮਲ ਤਾਂ ਹੋਏਗਾ ਜੇ ਸਾਧ ਸੰਗਤ ਕਰੇ, ਅਤੇ ਸੰਗਤ ਕਰਕੇ ਮਾਲਕ ਦਾ ਸਿਮਰਨ ਕਰੇ, ਅਤੇ ਜੋ ਸਤਿਗੁਰੂ ਸਾਨੂੰ ਉਪਦੇਸ਼ ਦਿੰਦੇ ਉਹ ਉਪਦੇਸ਼ ਨੂੰ ਧਿਆਨ ਨਾਲ ਸੁਣੇ ਅਤੇ ਸੁਣ ਕੇ ਮੰਨੇ, ਕਮਾਵੇ, ਅਤੇ ਉਹਦਾ ਮਨ ਨਿਰਮਲ ਹੋ ਜਾਵੇ। ਇਸ ਲਈ ਫਰਮਾਉਂਦੇ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ। ਵੀ ਜਿਹੜਾ ਤਾਂ ਸਾਧ ਸੰਗਤ ਕਰਦਾ, ਮਾਲਕ ਦੇ ਗੁਣ ਗਾਉਂਦਾ, ਉਹਦਾ ਮਨ ਨਿਰਮਲ ਹੋ ਜਾਂਦਾ, ਉਹਦੇ ਮਨ ਦੀ ਮੈਲ ਉਤਰ ਜਾਂਦੀ, ਅਤੇ ਨਹੀਂ ਤਾਂ ਜੀਵ ਦੀ ਮੈਲ ਉਤਰਦੀ ਹੋਈ। ਹੁਣ ਜੇ ਸਾਡਾ ਮਨ ਹੀ ਮੈਲਾ ਹੈ ਅਤੇ ਫਿਰ ਸਭ ਕੁਛ ਹੀ ਮੈਲਾ ਹੈ। ਤਨ ਨੂੰ ਧੋਣ ਦੇ ਨਾਲ ਮਨ ਤਾਂ ਧੋਤਾ ਨਹੀਂ ਜਾਂਦਾ। ਮਹਾਰਾਜ ਫਰਮਾਉਂਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਈ। ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝੇ ਕੋਈ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੇ ਅਸੀਂ ਬਾਹਰੋਂ ਤਨ ਨੂੰ ਤਾਂ ਸਵਾਰ ਲਏ, ਤਨ ਨੂੰ ਅਸੀਂ ਜਿੰਨਾ ਮਰਜ਼ੀ ਸਜਾਈ ਜਾਈਏ, ਜਿੰਨੇ ਮਰਜ਼ੀ ਅਸੀਂ ਇਹਦੇ 'ਤੇ ਸੋਹਣੇ ਕੱਪੜੇ ਪਾ ਲਈਏ, ਜਿੰਨਾ ਮਰਜ਼ੀ ਇਹਨੂੰ ਹਾਰ ਸ਼ਿੰਗਾਰ ਕਰ ਲਈਏ, ਜੇ ਸਾਡਾ ਮਨ ਮੈਲਾ ਹੈ ਅਤੇ ਅਸੀਂ ਜੀਵਨ ਦੀ ਬਾਜੀ ਨੂੰ ਹਾਰ ਹੀ ਜਾਣਾ, ਇੱਥੋਂ ਜਿੱਤ ਕੇ ਨਹੀਂ ਜਾ ਸਕਦੇ। ਮਹਾਰਾਜ ਤਾਂਹੀਓ ਫਰਮਾਉਂਦੇ ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰੇ। ਵੀ ਉਹਨਾਂ ਨੇ ਜੂਏ ਵਿੱਚ ਆਪਦੇ ਜੀਵਨ ਨੂੰ ਹਾਰ ਜਾਣਾ, ਉਹ ਨਹੀਂ ਸੁਖੀ ਹੋ ਸਕਦੀ। ਸੋ ਤਾਂਹੀਓ ਫਿਰ ਸਾਨੂੰ ਸਮਝਾਉਂਦੇ ਵੀ ਅਸੀਂ ਮਨ ਨੂੰ ਧੋਣਾ ਅਤੇ ਮਨ ਨੂੰ ਸ਼ੁੱਧ ਕਰਨਾ। ਹੁਣ ਮਨ ਨੂੰ ਸ਼ੁੱਧ ਕਰਨ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ।
ਗੁਰੂ ਦੀ ਮੱਤ ਲੈਣ ਵਾਸਤੇ ਸਾਨੂੰ ਫਿਰ ਇਹ ਸਤ ਸੰਗਤ ਕਰਨੀ ਪੈਂਦੀ। ਇਉਂ ਮਹਾਰਾਜ ਬੇਨਤੀ ਕਰਦੇ ਵੀ ਸਾਨੂੰ ਐਸੀ ਮੱਤ ਦੇਵੋ ਵੀ ਜੋ ਹਰ ਸਮੇਂ ਅਸੀਂ ਤੈਨੂੰ ਆਰਾਧਦੇ ਰਹੀਏ, ਅਤੇ ਐਸਾ ਦਾਨ ਦਿਓ ਵੀ ਸਾਨੂੰ ਸਾਧ ਸੰਗਤ ਮਿਲ ਜੇ ਅਤੇ ਸਾਧੂਆਂ ਦੇ ਚਰਨਾਂ ਦੀ ਧੂੜੀ ਮਿਲ ਜੇ। ਕਿਉਂਕਿ ਸਾਧੂਆਂ ਦੀ ਚਰਨਾਂ ਦੀ ਧੂੜੀ ਦੇ ਨਾਲ ਹੀ ਸਾਡਾ ਪਾਰ ਉਤਾਰਾ ਹੋਣਾ। ਉਹਨਾਂ ਦੇ ਬਚਨਾਂ ਦੇ ਨਾਲ ਹੀ ਸਾਡੇ ਮਨ ਦੀ ਮੈਲ ਉਤਰ। ਆਈਆਂ ਮਹਾਰਾਜ ਸਾਨੂੰ ਸਮਝਾਉਂਦੇ, ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਬਈ ਅਸੀਂ ਸਾਧੂਆਂ ਦੇ ਬਚਨਾਂ ਦੀ ਧੂੜੀ ਲੈਣੀ, ਸਾਧ ਸੰਗਤ ਕਰਨੀ। ਜਦੋਂ ਉਹ ਧੂੜੀ ਸਾਡੇ 'ਤੇ ਪੈਂਦੀ, ਕਿਉਂਕਿ ਉਹ ਧੂੜੀ ਸਾਰਿਆਂ ਨੂੰ ਸਾਂਝੀ, ਚੌਂ ਵਰਨਾਂ ਨੂੰ ਸਾਂਝਾ ਉਪਦੇਸ਼। ਜਿਹੜਾ ਵੀ ਉਹ ਧੂੜੀ ਲਏਗਾ ਉਹਦੇ ਮਨ ਨੂੰ ਸੁੱਖ ਮਿਲੇਗਾ, ਉਹਦੇ ਮਨ ਨੂੰ ਸ਼ਾਂਤੀ ਆਏਗੀ, ਉਹਦੇ ਮਨ ਦੀ ਮੈਲ ਉਤਰੇਗੀ। ਜਦੋਂ ਸਾਡੇ ਮਨ ਦੀ ਮੈਲ ਉਤਰੇਗੀ ਤਾਂ ਸਾਨੂੰ ਸੁੱਖ ਮਿਲੇਗਾ, ਸਾਨੂੰ ਸ਼ਾਂਤੀ ਆਏਗੀ। ਹੁਣ ਇਹੋ ਮਹਾਰਾਜ ਕਹਿੰਦੇ ਵੀ ਸਭ ਤੋਂ ਵੱਡਾ ਦਾਨ ਹੈ ਅਤੇ ਇਹੋ ਪਰਉਪਕਾਰ ਵੀ ਕਿਸੇ ਤਪਦੇ ਮਨ ਨੂੰ ਸ਼ਾਂਤ ਕਰ ਦੇਣ। ਕੋਈ ਜੀਵ ਦੁਖੀ ਹੈ, ਦੁਖੀ ਨੂੰ ਸੁਖੀ ਕਰ ਦੇਣ। ਹੁਣ ਮਨ ਨੇ ਜਿਹੜੇ ਮਨ ਸਭ ਦੇ ਦੁਖੀ, ਮਹਾਰਾਜ ਤਾਈਓ ਫਿਰ ਇਹ ਤਨ ਦੀ ਗੱਲ ਨਹੀਂ ਕਰਦੇ, ਉਹ ਮਨ ਦੀ ਗੱਲ ਕਰਦੇ। ਸਾਡੇ ਮਨਾਂ ਦੀ ਹਾਲਤ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਨਾਨਕ ਦੁਖੀਆ ਸਭ ਸੰਸਾਰ। ਬਈ ਇਹ ਮਨ ਸਾਡੇ ਸਭ ਦੇ ਦੁਖੀ ਨੇ, ਸਭ ਦੇ ਮਨ ਸ਼ਾਂਤ। ਹੁਣ ਇਹ ਮਨ ਸਾਡੇ ਕਿਵੇਂ ਸੁਖੀ ਹੋਣ, ਸਾਡੇ ਮਨਾਂ ਨੂੰ ਕਿਵੇਂ ਸ਼ਾਂਤੀ ਆਵੇ, ਉਹਦੇ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਤਨ ਕਰਕੇ ਤਾਂ ਅਸੀਂ ਜਿੰਨੇ ਮਰਜ਼ੀ ਦੁਨਿਆਵੀ ਸੁੱਖ ਸਾਧਨ ਇਕੱਠੇ ਕਰ ਲਈਏ, ਬੇਸ਼ੱਕ ਜਿੰਨੀ ਮਰਜ਼ੀ ਸਰਦ ਰੁੱਤ ਹੋਵੇ, ਅਸੀਂ ਜਿੰਨਾ ਮਰਜ਼ੀ ਇਹ ਤਨ ਨੂੰ ਠੰਡਾ ਕਰਨ ਵਾਸਤੇ ਜਿਵੇਂ ਚੰਦਨ ਠੰਡਾ ਹੁੰਦਾ, ਉਹ ਚੰਦਨ ਦਾ ਲੇਪ ਮਲ ਲਈਏ, ਜਾਂ ਚੰਦ ਦੀ ਚੰਦਰਮਾ ਜਿਵੇਂ ਰਾਤ ਹੈ ਇਹਦੀ ਜਿਹੜੀ ਠੰਡ ਹੁੰਦੀ, ਪਰ ਮਹਾਰਾਜ ਕਹਿੰਦੇ ਇਹਦੇ ਨਾਲ ਸਾਡਾ ਮਨ ਨਹੀਂ ਠੰਡਾ ਹੁੰਦਾ, ਇਹਦੇ ਨਾਲ ਸਾਡੇ ਮਨ ਦੀ ਤਪਸ਼ ਨਹੀਂ ਬੁਝਦੀ। ਮਹਾਰਾਜ ਫਰਮਾਉਂਦੇ, ਚੰਦਨ ਚਾਂਦਨ ਸਰਦ ਰੁੱਤ ਮੂਲ ਨਾ ਮਿਟੇ ਕਾਮ। ਵੀ ਇਹਦੇ ਨਾਲ ਸਾਡੇ ਮਨ ਦੀ ਤਪਸ਼ ਨਹੀਂ ਬੁਝਦੀ, ਸਾਡਾ ਮਨ ਹੀ ਠੰਡਾ ਹੁੰਦਾ। ਅਤੇ ਮਨ ਕਿਵੇਂ ਠੰਡਾ ਹੋਵੇ, ਕਿਵੇਂ ਸੀਤਲ ਹੋਵੇ? ਕਹਿੰਦੇ ਜੇ ਸਿਮਰਨ ਕਰੇ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਜੇ ਨਾਮ ਜਪੇ ਤੇ ਸੀਤਲ ਹੋ ਜਾਵੇ, ਠੰਡਾ ਹੋ ਜਾਵੇ। ਹੁਣ ਇਸ ਵਾਸਤੇ ਕਿਸੇ ਦੇ ਮਨ ਨੂੰ ਠੰਡਾ ਕਰ ਦੇਣਾ, ਕਿਸੇ ਦੇ ਮਨ ਨੂੰ ਸੀਤਲ ਕਰਨਾ, ਇਹ ਸਭ ਤੋਂ ਵੱਡਾ ਦਾਨ, ਇਹ ਸਭ ਤੋਂ ਵੱਡਾ ਪਰਉਪਕਾਰ। ਇਹਦੇ ਬਦਲੇ ਹੋਰ ਕੋਈ ਦਾਨ ਨਹੀਂ ਹੈ। ਮਹਾਰਾਜ ਤਾਈਓ ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ ਵੀ ਸੰਸਾਰ ਦੇ ਵਿੱਚ ਦੁਨਿਆਵੀ ਕੋਈ ਕਿੰਨਾ ਵੀ ਦਾਨ ਕਰੇ, ਬਈ ਉਹ ਨਾਮ ਦੇ ਇੱਕ ਤਿਲ ਬਰਾਬਰ ਵੀ ਨਹੀਂ। ਸਤਿਗੁਰੂ ਕਹਿੰਦੇ ਰੋਜ਼ ਕੋਈ ਹਾਥੀ ਘੋੜੇ ਦਾਨ ਕਰੇ, ਜਿਵੇਂ ਪੁਰਾਤਨ ਸਮਿਆਂ ਦੇ ਵਿੱਚ ਜੀਵੇ ਦਾਨ ਕਰਦੇ ਸੀ। ਹਾਥੀ ਘੋੜੇ ਉਹ ਦਾਨ ਕਰ ਦਿੰਦੇ, ਧਰਤੀ ਭੂਮ ਉਹ ਦਾਨ ਕਰ ਦਿੰਦੇ, ਸੋਨਾ ਬਹੁਤ ਦਾਨ ਕਰਦੇ। ਜੀਵ ਆਪਦੇ ਬਰਾਬਰ ਤੋਲ ਤੋਲ ਕੇ ਸੋਨਾ ਦੇ ਦਿੰਦੇ। ਜਾਂ ਪੁਰਾਣੇ ਸਮਿਆਂ ਦੇ ਵਿੱਚ ਜੀਵ ਇਸਤਰੀਆਂ ਦਾਨ ਕਰ ਦਿੰਦੇ। ਮਹਾਰਾਜ ਕਹਿੰਦੇ ਵੀ ਕੋਈ ਕਿੰਨਾ ਵੀ ਇਹ ਦਾਨ ਕਰੇ, ਰੋਜ਼ ਕਰੇ, ਨਾਮ ਦੇ ਇੱਕ ਤਿਲ ਬਰਾਬਰ ਨਹੀਂ। ਇਹ ਉਹ ਦਾਨ ਨਹੀਂ ਹੈ ਜਿਹੜੇ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਨੇ। ਮਹਾਰਾਜ ਕਹਿੰਦੇ ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ। ਐਸਾ ਦਾਨ ਨਿਤ ਨਿਤ ਕੀਜੇ ਆਤਮ ਕੋ ਨਿਰਮੈਲ ਕੀਜੇ ਆਪ ਬਰਾਬਰ ਕੰਚਨ ਦੀਜੇ। ਰਾਮ ਨਾਮ ਸਰ ਤੋ ਨਾ ਪੁੱਜੇ।
ਵੀ ਨਾਮ ਦੇ ਤਾਂ ਇੱਕ ਤਿਲ ਮਾਤਰ ਵੀ ਨਹੀਂ, ਕੋਈ ਰੋਜ਼ ਇੰਨਾ ਦਾਨ ਕਰੇ, ਰੋਜ਼ ਕੋਈ ਹਾਥੀ ਘੋੜੇ ਦਾਨ ਕਰੇ, ਰੋਜ਼ ਕੋਈ ਇਸਤਰੀਆਂ ਦਾਨ ਕਰੇ, ਰੋਜ਼ ਕੋਈ ਆਪਦੇ ਬਰਾਬਰ ਕੰਚਨ ਦਾਨ ਕਰੇ, ਸੋਨਾ ਦਾਨ ਕਰੇ, ਰੋਜ਼ ਕੋਈ ਧਰਤੀ ਭੂਮ ਦਾਨ ਕਰੇ। ਮਹਾਰਾਜ ਕਹਿੰਦੇ ਵੀ ਇਹ ਨਾਮ ਦੇ ਤਾਂ ਇੱਕ ਤਿਲ ਮਾਤਰ ਵੀ ਨਹੀਂ ਹੈ। ਜੇ ਆਖੀਏ ਵੀ ਇਹ ਅਸੀਂ ਨਾਮ ਤੱਕ ਪਹੁੰਚ ਜਾਈਏ ਇਹ ਕਰਕੇ, ਜੇ ਅਸੀਂ ਆਖੀਏ ਵੀ ਮਾਲਕ ਤੱਕ ਇਹ ਕਰਕੇ ਅਸੀਂ ਪਹੁੰਚ ਜਾਈਏ, ਨਹੀਂ ਪਹੁੰਚ ਸਕਦੇ, ਕਿਉਂਕਿ ਇਹ ਸਾਰਾ ਕੁਛ ਮਾਲਕ ਨੇ ਤਾਂ ਬਣਾਇਆ ਹੋਇਆ। ਧਰਤੀ ਕਿਹਨੇ ਬਣਾਈ? ਪਰਮਾਤਮਾ ਨੇ। ਤੇ ਅਸੀਂ ਕਿਹਨੂੰ ਦਾਨ ਕਰਨੀ ਹੈ? ਕਾਂਚਨ ਸੋਨਾ ਉਹ ਕਿਹਨੇ ਬਣਾਇਆ? ਮਾਲਕ ਨੇ। ਤਾਂ ਇੱਥੇ ਧਰਤੀ 'ਚੋਂ ਤਾਂ ਨਿਕਲਦਾ ਤੇ ਉਹਦਾ ਹੀ ਤਾਂ ਬਣਾਇਆ ਹੋਇਆ, ਉਹਦਾ ਬਣਾਇਆ ਹੋਇਆ, ਅਸੀਂ ਉਹਨੂੰ ਕੀ ਦਾਨ ਕਰਾਂਗੇ? ਸਾਰਾ ਕੁਛ ਸਾਡਾ ਉਹਨੇ ਹੀ ਤਾਂ ਬਣਾਇਆ, ਸਾਨੂੰ ਉਹਨੇ ਬਣਾਇਆ, ਪੈਦਾ ਕੀਤਾ, ਤੇ ਅਸੀਂ ਉਹਨੂੰ ਕੀ ਦੇ ਸਕਦੇ? ਜੇ ਅਸੀਂ ਆਖੀਏ ਵੀ ਅਸੀਂ ਬੜਾ ਪੁੰਨ ਦਾਨ ਕਰਦੇ ਜੀ ਸੰਸਾਰ ਦਾ, ਤੇ ਮਹਾਰਾਜ ਕਹਿੰਦੇ ਵੀ ਇਹ ਕੀਤਾ ਹੋਇਆ ਸਾਰਾ ਇਹ ਇੱਥੋਂ ਹੀ ਤਾਂ ਸਾਨੂੰ ਮਿਲਿਆ, ਮਾਲਕ ਹੀ ਤਾਂ ਦੇਣ ਵਾਲਾ, ਅਸੀਂ ਉਹਨੂੰ ਕੀ ਦੇ ਸਕਦੇ? ਇਉਂ ਭਗਤਾਂ ਨੇ ਆਖਿਆ, ਕਹਿੰਦਾ ਤੇਰਾ ਕੀ ਆ ਤੁਝੇ ਕੀ ਅਰਪਣ, ਵੀ ਤੇਰਾ ਹੀ ਤਾਂ ਸਾਰਾ ਕੁਝ ਸਾਨੂੰ ਦਿੱਤਾ ਹੋਇਆ, ਤੇਰਾ ਦਿੱਤਾ ਹੋਇਆ ਤੈਨੂੰ ਕੀ ਅਰਪਣ ਕਰੀ। ਇਹ ਰਾਵਾਂ ਨੂੰ ਸਮਝਾਉਂਦੇ ਵੀ ਜੇ ਸਤਿਗੁਰ ਨੂੰ ਅਰਪਣ ਕਰਨਾ ਹੀ ਹੈ ਤੇ ਤੁਸੀਂ ਆਪਣਾ ਆਪਾ ਅਰਪਣ ਕਰ ਦਿਓ, ਆਪਣਾ ਆਪਾ ਸਮਰਪਣ ਕਰ ਦਿਓ। ਸਤਿਗੁਰ ਅੱਗੇ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੇ, ਵੀ ਸਤਿਗੁਰ ਨੂੰ ਆਪਦਾ ਸੀਸ ਦੇ ਦਿਓ। ਸੀਸ ਕੀ ਬਈ ਆਹ ਨਹੀਂ ਸਰੀਰ ਦਾ ਅਸੀਂ ਵੱਢ ਕੇ ਦੇ ਦੇਣਾ, ਆਪਣਾ ਆਪ ਦਾ ਮਨ ਹੈ ਜਿਹੜਾ ਉਹ ਮਨ ਸਤਿਗੁਰਾਂ ਦੇ ਅੱਗੇ ਅਰਪਣ ਕਰਨਾ। ਮਤਲਬ ਵੀ ਆਪਦੀ ਮੱਤ, ਆਪਦੀ ਸਿਆਣਪ ਜਿਹੜੀ ਉਹ ਛੱਡ ਦੇਣੀ, ਆਪਾਂ ਸਮਰਪਣ ਕਰਦੇ। ਹੁਣ ਆਪਾਂ ਸਮਰਪਣ ਗੱਲਾਂ ਬਾਤਾਂ ਨਾਲ ਨਹੀਂ ਹੁੰਦਾ। ਜੇ ਅਸੀਂ ਉਹਦਾ ਕਹਿ ਦਈਏ ਅਸੀਂ ਆਪਾਂ ਸਮਰਪਣ ਕਰ ਦਾਂਗੇ ਤੇ ਨਹੀਂ ਕਰ ਸਕਦੇ। ਆਪਾਂ ਸਮਰਪਣ ਕਰਨ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ ਤੇ ਸਾਨੂੰ ਸਿਮਰਨ ਕਰਨਾ ਪੈਂਦਾ। ਜੇ ਅਜੇ ਅਸੀਂ ਸਿਮਰਨ ਕਰਾਂਗੇ ਸਾਡਾ ਮਨ ਨਿਰਮਲ ਹੋਏਗਾ। ਜਿੰਨਾ ਮਨ ਨਿਰਮਲ ਹੋਏਗਾ ਫਿਰ ਇਹ ਵਿਰਾਗੀ ਹੋਏਗਾ, ਤੇ ਵਿਰਾਗੀ ਮਨ ਆਪਾਂ ਸਮਰਪਣ ਕਰ ਸਕਦੇ। ਜਦ ਤੱਕ ਸਾਡੇ ਅੰਦਰ ਵਿਰਾਗ ਨਹੀਂ, ਤੜਫ ਨਹੀਂ, ਸਾਡਾ ਮਨ ਨਿਰਮਲ ਨਹੀਂ, ਉਹਨਾਂ ਸਮਾਂ ਅਸੀਂ ਆਪਾਂ ਸਮਰਪਣ ਨਹੀਂ ਕਰਦੇ, ਅਸੀਂ ਆਪਦੀ ਮੱਤ ਵਰਤਦੇ। ਹੁਣ ਆਪਾਂ ਨੂੰ ਸਮਝਾਉਂਦੇ ਵੀ ਕਿਵੇਂ ਅਸੀਂ ਆਪਾ ਸਮਰਪਣ ਕਰੀਏ, ਕਿਵੇਂ ਸਾਨੂੰ ਗੁਰੂ ਤੇ ਸਤਿਗੁਰ ਦੀ ਮੱਤ ਆਵੇ। ਉਹਦੇ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਸਿਮਰਨ ਕਰ, ਆਨ ਦਿਨ ਹਰ ਹਰ ਨਾਮ ਤੇ ਆਵੋ। ਜੇ ਗੁਰ ਸਤਿਗੁਰ ਕੀ ਮੱਤ ਲੈਣੀ, ਵੀ ਜੇ ਅਸੀਂ ਗੁਰੂ ਤੇ ਸਤਿਗੁਰ ਦੀ ਮੱਤ ਲੈਣੀ ਹੈ। ਹੁਣ ਜੋ ਸਾਨੂੰ ਮਹਾਰਾਜ ਜੀ ਸਿਮਰਨ ਅਭਿਆਸ ਕਰਨ ਨੂੰ ਕਹਿ ਰਹੇ, ਤਾਂ ਕਿ ਅਭਿਆਸ ਕਰਕੇ ਸਾਡੀ ਆਪਣੀ ਮੱਤ ਖਤਮ ਹੋ ਜੇ ਤੇ ਅਸੀਂ ਸਤਿਗੁਰਾਂ ਨੂੰ ਆਪਣਾ ਆਪਾ ਸਮਰਪਣ ਕਰ ਦਈਏ, ਆਪਣਾ ਆਪਾ ਭੇਟ ਕਰ ਦਈਏ। ਆਓ ਸਾਰੇ ਗੁਰਮੁਖ ਪਿਆਰੇ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਹੁੰਦਾ, ਅਭਿਆਸ ਕਰਨਾ, ਬਹਿੰਦੇ ਉੱਠਦੇ ਕੰਮ ਕਾਰ ਕਰਦੇ ਵੀ, ਤਾਂ ਕਿ ਸਾਨੂੰ ਇਹ ਸਿਮਰਨ ਭੁੱਲੇ ਨਾ, ਮਾਲਕ ਵਿਸਰੇ ਨਾ। ਅਤੇ ਇਹੋ ਅਸੀਂ ਫਿਰ ਨਾਲ ਬੇਨਤੀ ਕਰਨੀ ਹੁੰਦੀ ਜੋ ਸਤਿਗੁਰੂ ਕਰਤੀ ਵੀ ਸਾਨੂੰ ਇਹ ਮੱਤ ਦੇਵੋ ਵੀ ਅਸੀਂ ਤੈਨੂੰ ਆਰਾਧਦੇ ਰਹੀਏ, ਅਤੇ ਸਾਨੂੰ ਦਾਨ ਦਿਓ ਵੀ ਤਾਂ ਕਿ ਸਾਨੂੰ ਸਾਧ ਸੰਗਤ ਜਿਹੜੀ ਇਹ ਪ੍ਰਾਪਤ ਹੋਵੇ। ਮਹਾਰਾਜ ਫਰਮਾਉਂਦੇ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾ, ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ। ਵੀ ਸਾਨੂੰ ਦਾਨ ਇਹ ਦਿਓ ਵੀ ਸਾਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਵੇ, ਸਾਨੂੰ ਸਾਧੂਆਂ ਦੇ ਬਚਨ, ਉਹਨਾਂ ਦੇ ਚਰਨਾਂ ਦੀ ਧੂੜੀ ਸਾਨੂੰ ਮਿਲਦੀ ਰਹੇ, ਤਾਂ ਕਿ ਸਾਡਾ ਮਨ ਜਿਹੜਾ ਜੁੜਿਆ ਰਹੇ ਮਾਲਕ ਦੇ ਨਾਲ। ਇਹੋ ਫਿਰ ਆਪਾਂ ਬੇਨਤੀ ਕਰਨੀ ਹੁੰਦੀ। ਮਹਾਰਾਜ ਕਹਿੰਦੇ ਕਹੋ ਨਾਨਕ ਪ੍ਰਭ ਬਖਸ਼ ਕਰੀਜੇ, ਕਰ ਕਿਰਪਾ ਮੋਹੀ ਸਾਧ ਸੰਗਤ ਦੀ, ਜੇ ਵੀ ਸਾਡੇ 'ਤੇ ਕਿਰਪਾ ਕਰੋ ਸਾਨੂੰ ਸਾਧ ਸੰਗਤ ਦੀ। ਅੱਗੇ ਸਾਧ ਸੰਗਤ ਮਾਲਕ ਨੂੰ ਬੜੀ ਪਿਆਰੀ ਲੱਗਦੀ, ਜਿੱਥੇ ਉਹਦੇ ਪਿਆਰੇ ਮਾਲਕ ਦੇ ਗੁਣ ਗਾਉਂਦੇ। ਮਹਾਰਾਜ ਤਾਈਓ ਕਹਿੰਦੇ ਸਾਧ ਸੰਗਤ ਮਿਲ ਹਰ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਬਈ ਪਰਮਾਤਮਾ ਨੂੰ ਜੋ ਅਤ ਦੀ ਪਿਆਰੀ ਲੱਗਦੀ, ਉਹ ਸਾਧ ਸੰਗਤ ਜਿੱਥੇ ਉਹਦੇ ਪਿਆਰੇ, ਜਿੱਥੇ ਉਹ ਸੰਤ ਸਾਧੂ ਜਨ ਮਾਲਕ ਦੀ ਉਸਤਤ ਵਡਿਆਈ ਕਰਦੇ, ਉਹ ਮਾਲਕ ਨੂੰ ਸਾਧ ਸੰਗਤ ਬੜੀ ਪਿਆਰੀ ਲੱਗਦੀ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ,
ਅਤੇ ਵੱਧ ਤੋਂ ਵੱਧ ਹੀ ਆਪਾਂ ਸੰਗਤ ਕਰ ਲਈ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰਦੁਆਰਾ ਤੋਂ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਸਾਨੂੰ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ, ਜਦੋਂ ਅਸੀਂ ਇਸ ਉਪਦੇਸ਼ ਨੂੰ ਮੰਨਾਂਗੇ, ਅਸੀਂ ਇਹ ਵਚਨਾਂ ਨੂੰ ਮੰਨਾਂਗੇ, ਕਮਾਵਾਂਗੇ, ਅਤੇ ਅਸੀਂ ਆਪਦੇ ਜੀਵਨ ਦਾ ਲਾਹਾ ਕੱਟ ਕੇ ਇੱਥੋਂ ਵਾਪਸ ਆਪਦੇ ਘਰ ਚੱਲਾਂਗੇ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।